मैं तुहाडा वीर डॉक्टर हरीश मल्होत्रा अज 19 अप्रैल 2022 ਨੂੰ ਤੁਹਾਡੇ ਲਈ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਫਿਰ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਕਿਤਾਬ ਵਿੱਚੋਂ ਪਹਿਲਾਂ ਇੱਕ ਚੈਪਟਰ ਪੜ੍ਹਦਾ ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਟੈਲੀਫੋਨ ਰਾਹੀਂ ਉਹਨਾਂ ਨੁਕਤਿਆਂ 'ਤੇ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਜੋ ਮੈਂ ਉਸ ਲੇਖ ਵਿੱਚ, ਉਸ ਆਰਟੀਕਲ ਦੇ ਵਿੱਚ, ਉਸ ਰਚਨਾ ਵਿੱਚ ਪੜ੍ਹੇ ਹੁੰਦੇ ਆ ਜਾਂ ਉਠਾਏ ਹੁੰਦੇ ਹੈਗੇ ਆ, ਅਤੇ ਜਾਂ ਇਨਕੇ ਕੁਛ ਨੁਕਤੇ ਜਿਨ੍ਹਾਂ ਬਾਰੇ ਸ਼ਾਇਦ ਮੈਂ ਗੱਲ ਨਾ ਕੀਤੀ ਹੋਵੇ। ਅਤੇ ਮੈਂ ਚਾਹੁੰਦਾ ਕਿ ਤੁਸੀਂ ਹਰ ਵਾਰੀ ਦੀ ਤਰ੍ਹਾਂ ਅੱਜ ਵੀ ਇਸ ਵਿੱਚ ਭਰਪੂਰ ਹਿੱਸਾ ਪਾਓ। ਅਤੇ ਟੈਲੀਫੋਨ ਦੇ ਲਈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਟੈਲੀਫੋਨ ਜਿਹੜਾ ਸਾਡੇ ਥੱਲੇ ਵੀ ਮੇਰੇ ਇੱਥੇ ਆ ਰਿਹਾ ਹੈਗਾ, ਉਹ ਨੰਬਰ ਹੈਗਾ 0300 770 2246। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੈਗੇ ਤਾਂ ਫਿਰ ਤੁਹਾਨੂੰ 0044 ਨੰਬਰ ਲਾਉਣਾ ਪਊਗਾ। ਜਿਹੜੀ ਕਿਤਾਬ ਯਾਨੀ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਆਪਣੀ ਕਿਤਾਬ ਜਿਹੜੀ ਨੈਤਿਕਤਾ ਅਤੇ ਤਰਕਸ਼ੀਲਤਾ ਇਹਦੇ ਵਿੱਚੋਂ ਜਿਹੜਾ ਹੈਗਾ ਚੈਪਟਰ ਪੜ੍ਹਦਾ, ਅਤੇ ਇਹ ਮੈਂ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਇਹਦੇ ਵਿੱਚ ਸ਼ਮੂਲੀਅਤ ਕਰੋ, ਕਿਉਂਕਿ ਮੈਂ ਕੁਛ ਇਹੋ ਜਿਹਾ ਲੇਖ ਇਹਨਾਂ ਕਿਤਾਬਾਂ ਵਿੱਚ ਆਪਣੇ 'ਚ ਲਿਖੇ ਹੈਗੇ ਜਿਹੜੇ ਕਿ ਤੁਹਾਡੇ ਨਾਲ, ਮੇਰੇ ਨਾਲ, ਆਪਣੇ ਸਮਾਜ ਨਾਲ ਸੰਬੰਧਿਤ ਹੁੰਦੇ ਆ, ਅਤੇ ਜਿਨ੍ਹਾਂ ਬਾਰੇ ਚਰਚਾ ਕਰਨੀ ਮੈਂ ਸਮਝਦਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਕਿਸੇ ਨਾ ਕਿਸੇ ਨਤੀਜੇ 'ਚ ਪਹੁੰਚ ਸਕੀਏ ਜਿਹਦੇ ਨਾਲ ਸਾਡਾ ਜਿਹੜਾ ਸਮਾਜ ਹੈਗਾ ਅੱਗੇ ਨਾਲੋਂ ਬਿਹਤਰ ਬਣ ਸਕੇ। ਇਸ ਲੇਖ ਦਾ ਜਿਹੜਾ ਮੈਂ ਹੈਡਿੰਗ ਅੱਜ ਰੱਖਿਆ ਹੈਗਾ, ਜਿਹੜਾ ਸਿਰਲੇਖ ਇਹਦਾ ਰੱਖਿਆ ਹੈਗਾ, ਉਹ ਹੈ ਅੰਤਰਰਾਸ਼ਟਰੀ ਸਾਲ ਮਨਾਉਣ ਦਾ ਮਹੱਤਵ। ਇਹਦੇ ਵਿੱਚ ਗੱਲ ਚਾਹੇ ਮੈਂ ਜਿਹੜੀ ਹੈ ਬੱਚਿਆਂ ਦੇ ਇੰਟਰਨੈਸ਼ਨਲ ਡੇ ਬਾਰੇ ਗੱਲ ਕੀਤੀ ਹੈ, ਪਰ ਉਹਦਾ ਮਤਲਬ ਸਿਰਫ ਬੱਚਿਆਂ ਨਾਲ ਹੀ ਕਨੈਕਸ਼ਨ ਨਹੀਂ ਹੈ। ਇਹਦਾ ਮਕਸਦ ਜਿਹੜਾ ਹੈਗਾ ਕਿਸੇ ਵੀ ਜਿਹੜਾ ਅਸੀਂ ਹਰ ਸਾਲ ਕੋਈ ਵੀ ਜਿਹੜੀ ਚੀਜ਼ ਅਸੀਂ ਮਨਾਉਂਦੇ ਹੈਗੇ ਹਾਂ, ਚਾਹੇ ਆਪਾਂ ਕੋਈ ਤਿਉਹਾਰ ਮਨਾਉਂਦੇ ਹੈਗੇ ਹਾਂ ਜਾਂ ਕਿਸੇ ਮਹਾਂਪੁਰਸ਼ ਦਾ ਆਪਾਂ ਜਨਮ ਦਿਨ ਮਨਾਉਂਦੇ ਹਾਂ, ਵੀ ਉਹਦਾ ਕੀ ਮਕਸਦ ਕੀ ਹੈ, ਉਹਦਾ ਥੀਮ ਕੀ ਹੈ, ਅਸਲ ਵਿੱਚ ਉਹਨਾਂ ਜਿਹੜੇ ਸੈਲੀਬ੍ਰੇਸ਼ਨਸ ਦਾ ਕੀ ਥੀਮ ਹੈਗਾ, ਕੀ ਉਹਦੇ ਕੋਈ ਸਾਨੂੰ ਫਾਇਦੇ ਵੀ ਹੁੰਦੇ ਹੈ ਜਾਂ ਉਹਦੇ ਸਾਨੂੰ ਨੁਕਸਾਨ ਹੁੰਦੇ ਹੈਗੇ ਆ, ਉਹਦੇ ਪ੍ਰੋਜ਼ ਐਂਡ ਕੌਨਸ ਕੀ ਹੈ, ਉਹਦੇ ਪੋਜ਼ੀਟਿਵ ਪੱਖ ਕੀ ਹੈ ਅਤੇ ਉਹਦੇ ਨੈਗੇਟਿਵ ਪੱਖ ਕੀ ਹੈ। ਪਲੱਸ ਯਾਨੀ ਕਿ ਇਹ ਗੱਲ ਹੈ ਵੀ ਜਿਸ ਕਰਕੇ ਇਹ ਦਿਨ ਜਾਣੀ ਕਿ ਬਣਾਏ ਹੈਗੇ ਅਤੇ ਜਿਸ ਕਰਕੇ ਅਸੀਂ ਉਹਨਾਂ ਦਿਨਾਂ ਨੂੰ ਸੈਲੀਬ੍ਰੇਟ ਕਰਦੇ ਹਾਂ, ਵੀ ਕੀ ਅਸੀਂ ਉਸ ਪਰਪਜ਼ ਨੂੰ ਪੂਰਾ ਵੀ ਕਰਦੇ ਹਾਂ ਕਿ ਨਹੀਂ। ਸੋ ਮੈਂ ਯਾਨੀ ਕਿ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰੂੰਗਾ। ਇਸ ਮੈਂ ਲੇਖ ਤੋਂ ਬਾਅਦ ਇਮੀਡੀਏਟਲੀ ਮੈਂ ਜਿਹੜੀਆਂ ਕਾਲਸ ਹੈਗੀਆਂ ਉਹ ਲੈਣੀਆਂ ਸ਼ੁਰੂ ਕਰਤੀਆਂ। ਇਸ ਕਰਕੇ ਤੁਸੀਂ ਹੁਣ ਤੋਂ ਹੀ ਟੈਲੀਫੋਨ ਕਾਲ ਜਿਹੜੀਆਂ ਹੈਗੀਆਂ ਕਰਨੀ ਸ਼ੁਰੂ ਕਰ ਦਿਓ ਤਾਂ ਕਿ ਤੁਸੀਂ ਲਾਈਨ ਅਪ ਕਰ ਸਕੋ। ਮੈਨੂੰ ਇਸ ਚੀਜ਼ ਦਾ ਵੀ ਗਿਲਾ ਨਹੀਂ, ਅਫਸੋਸ ਹੈ, ਸੌਰੀ, ਯਾਨੀ ਕਿ ਗਿਲਾ ਨਹੀਂ ਹੈ, ਅਫਸੋਸ ਹੈ ਕਿ ਮੈਂ ਪਿਛਲੇ ਹਫ਼ਤੇ ਤੁਹਾਡੀਆਂ ਸਾਰੀਆਂ ਕਾਲਸ ਨਹੀਂ ਲੈ ਸਕਿਆ। 5-6 ਕਾਲ ਜਿਹੜੀਆਂ ਸੀਗੀਆਂ ਉਹ ਲਾਈਨ ਅਪ ਹੋਈਆਂ ਸੀਗੀਆਂ, ਪਰ ਟਾਈਮ ਖਤਮ ਹੋ ਗਿਆ ਸੀ ਕਿਉਂਕਿ ਮੈਂ ਉਸ ਟਾਈਮ ਤੋਂ ਜ਼ਿਆਦਾ ਜਿਹੜਾ ਪ੍ਰੋਗਰਾਮ ਨਹੀਂ ਕਰ ਸਕਦਾ। ਅੰਤਰਰਾਸ਼ਟਰੀ ਸਾਲ ਮਨਾਉਣ ਦਾ ਮਹੱਤਵ। ਆਏ ਸਾਲ ਕਿਸੇ ਨਾ ਕਿਸੇ ਬਾਰੇ ਅੰਤਰਰਾਸ਼ਟਰੀ ਸਾਲ ਮਨਾਇਆ ਜਾਂਦਾ ਹੈ, ਜਿਵੇਂ ਅਪਾਹਜਾਂ ਦਾ ਅੰਤਰਰਾਸ਼ਟਰੀ ਸਾਲ ਅਤੇ ਬੱਚਿਆਂ ਦਾ ਅੰਤਰਰਾਸ਼ਟਰੀ ਸਾਲ ਜਾਂ ਔਰਤਾਂ ਦਾ ਇੰਟਰਨੈਸ਼ਨਲ ਡੇ। 1959 ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਬੱਚਿਆਂ ਦੇ ਹੱਕਾਂ ਬਾਰੇ ਐਲਾਨ ਕੀਤਾ ਅਤੇ ਉਦੋਂ ਤੋਂ ਹੀ ਉਹ ਬੱਚਿਆਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ। ਫਿਰ 21 ਦਸੰਬਰ 1976 ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਹੀ 1979 ਦਾ ਸਾਲ ਬੱਚਿਆਂ ਦਾ ਅੰਤਰਰਾਸ਼ਟਰੀ ਸਾਲ ਮਨਾਉਣ ਦਾ ਫੈਸਲਾ ਕਰਕੇ 24 ਨਵੰਬਰ 1979 ਦੀ ਤਰੀਕ ਇਸ ਕੰਮ ਦੀ ਸ਼ੁਰੂਆਤ ਲਈ ਮਿਥ ਲਈ। ਅੰਤਰਰਾਸ਼ਟਰੀ ਸਾਲ ਮਨਾਉਣ ਦਾ ਇੱਕ ਮਹੱਤਵਤਾ ਇਹ ਵੀ ਹੁੰਦਾ ਕਿ ਭਲਾਈ ਦੇ ਕੰਮਾਂ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇ। ਹੁਣ ਬੱਚਿਆਂ ਦੇ ਅੰਤਰਰਾਸ਼ਟਰੀ ਸਾਲ ਦੀ ਹੀ ਉਦਾਹਰਨ ਲਓ। ਸੰਯੁਕਤ ਰਾਸ਼ਟਰ ਦੇ 1979 ਸਾਲ ਦੇ ਅੰਕੜਿਆਂ ਮੁਤਾਬਕ ਅਫਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ 25% ਤੋਂ 30% ਤੱਕ ਬੱਚੇ ਮਸੀਂ 5 ਸਾਲ ਤੱਕ ਹੀ ਜਿਉਂਦੇ ਰਹਿੰਦੇ ਹਨ, ਅਤੇ ਜਿਹੜੇ ਬੱਚੇ ਇਸ ਤੋਂ ਜ਼ਿਆਦਾ ਉਮਰ ਤੱਕ ਜਿਉਂਦੇ ਹਨ ਉਹਨਾਂ ਦੀ ਔਸਤ ਉਮਰ ਵੀ ਅਮੀਰ ਮੁਲਕਾਂ ਦੇ ਬੱਚਿਆਂ ਨਾਲੋਂ 20 ਸਾਲ ਘੱਟ ਹੀ ਰਹਿੰਦੀ ਹੈ। ਇਸ ਤੋਂ ਬਿਨਾਂ ਇਹਨਾਂ ਗਰੀਬ ਦੇਸ਼ਾਂ ਵਿੱਚ ਕੋਈ 1000 ਦੇ ਲਗਭਗ ਬੱਚੇ ਵਿਟਾਮਿਨ ਏ ਦੀ ਘਾਟ ਕਾਰਨ ਅੱਖਾਂ ਦੀ ਰੋਸ਼ਨੀ ਤੋਂ ਬਿਨਾਂ ਹੀ ਜੰਮਦੇ ਹਨ, ਅਤੇ ਇਹਨਾਂ ਹੀ ਮੁਲਕਾਂ ਵਿੱਚ 80% ਬਿਮਾਰੀਆਂ ਜਿਵੇਂ ਹੈਜ਼ਾ, ਮਰੋੜ ਅਤੇ ਦਸਤ ਆਦਿ ਪੀਣ ਵਾਲਾ ਪਾਣੀ ਸਾਫ਼ ਨਾ ਮਿਲਣ ਕਰਕੇ ਹੁੰਦੀਆਂ ਹਨ। ਇਹੋ ਹਾਲ ਪੜ੍ਹਾਈ ਦਾ ਹੈ। ਇਸੇ ਸਰਵੇਖਣ ਮੁਤਾਬਕ ਤਕਰੀਬਨ 80 ਕਰੋੜ ਬੱਚਿਆਂ ਨੂੰ ਪ੍ਰਾਇਮਰੀ ਤੱਕ ਵੀ ਵਿੱਦਿਆ ਨਸੀਬ ਨਹੀਂ ਹੁੰਦੀ, ਅਤੇ ਇਸੇ ਦਰ ਮੁਤਾਬਕ ਸਾਲ 1980 ਵਿੱਚ 30% ਤੋਂ ਵੀ ਘੱਟ ਬੱਚੇ ਸਕੂਲ ਗਏ। ਸੰਯੁਕਤ ਰਾਸ਼ਟਰ ਦੇ ਹੀ ਅੰਕੜਿਆਂ ਮੁਤਾਬਕ 1970 ਵਿੱਚ ਇਹਨਾਂ ਦੇਸ਼ਾਂ ਦੇ ਸਿਰਫ 212 ਕਰੋੜ ਬੱਚੇ ਸਕੂਲ ਗਏ ਅਤੇ 26.9 ਕਰੋੜ ਬੱਚਿਆਂ ਨੂੰ ਸਕੂਲ ਦਾ ਦਰ ਨਸੀਬ ਨਾ ਹੋਇਆ। ਇਹ ਅੰਕੜੇ ਤਾਂ ਉਹਨਾਂ ਗਰੀਬ ਮੁਲਕਾਂ ਦੇ ਹਨ ਜਿੱਥੇ ਅਜੇ ਸਾਡੀਆਂ ਮੁੱਢਲੀਆਂ 3 ਲੋੜਾਂ ਯਾਨੀ ਕੁੱਲੀ, ਗੁੱਲੀ ਅਤੇ ਜੁੱਲੀ ਵੀ ਅਜੇ ਪੂਰੀਆਂ ਨਹੀਂ ਹੋਈਆਂ।
पर परखण वाली गल यह है कि अमीर मुल्कों में बच्चों का पालन पोषण किवें किया जाता है। गाहे बगाहे असीं अखबारां टैलीविजन ते रेडियो तो पढ़ते देखते तो सुनते हाँ कि मासूम जिंदा उत्ते उन्हां दे मापिਆਂ ਵੱਲੋਂ जुल्म किया जाता है। आए दिन केस सुनने मिलते हैं कि फलाने बच्चे की माँ ने उसनूं कई दिन भुखिया रख के मार दिता जदों कि वो देर गई रात तक पार्टियां में आनंद माणदी रही सी। एक माँ ने 2 साल के बच्चे नूं सख्त सर्दी विच खिड़की तो बाहर सारी रात पिया रहण दिता अते वो मर गया। उस बच्चे का कसूर यह सी कि वह भुखा होने करके रोण तो नहीं सी हट रहा। जिउंदे बच्चे नूं गर्म सलाखां लाईआं गईआं जां गर्म पानी विच उबाल दिता गया आदि भी इहो जिहा केस देख पढ़ सुन के लूं कंढे खड़े हो जाते हैं अते दुनिया तो विश्वास भी जांदा लगदा। आदमजात बन मानस तो भी किसी हेठली कतार में जा खड़ोंदी है। जे ध्यान नाल देखिए तो साफ ज़ाहिर हुंदा कि जिन्नी बाहरी सहायता आदमी के बच्चे नूं चाहीदी है उन्नी दुनिया के किसी होर जानवर के बच्चे नूं नहीं चाहीदी। किसी जानवर का बच्चा कुछ अरसे बाद ही अपने पैरों उत्ते खड़ो जांदा पर इंसान के बच्चे नूं इस काम लई कई बरे लग जाते हैं। अज के साइंसदान ये मानते हैं कि बच्चे के पहले 5 साल उसकी जिंदगी के बहुत ही महत्वपूर्ण साल होंगे हैं और इन्हां सालों में ही उसकी नींह रख हो जाती है कि बड़ा होकर किहो जिहा बनेगा। इस तो बिना यह भी मन्निया गया है कि शख्सियत बनाने में 2 महत्वपूर्ण तत्व भी काम करते हैं, बच्चे का विरसा और वातावरण। सो एक बच्चे को चंगा या माड़ा शहरी बनाने में उसके मापिਆਂ का बड़ा बड़ा हाथ होंदा है और शायद नपोलीयन बोनापार्ट ने भी ये इसलिए कहा सी मैनू चंगियां मावां दिओ और मैं एक चंगी कौम तुहाडे सामने खड़ी कर देवांगा। बड़े बड़े साइंसदान फिलोसफर सियासतदान योधे महान लिखारी आदि बनाने में जिथे माँ प्यो का हथ मन्निया जाता उत्थे चोर डाकू बदमाश कातल ते जालम बनाने में भी मापिਆਂ नूं लपेटिया जाता है क्योंकि जमांदरू कोई भी माड़ा नहीं हुंदा। नपोलीयन बारे मशहूर है कि एक बार अकला ही जंगल में रात गुजार के जदों सवेर नूं अपनी माँ कोल गया तो उसकी माँ ने फिक्रमंद होए पुछया कि तैनूं रात अकले जंगल में डर नहीं लगा। तो नपोलीयन का जवाब सी डर की चीज़ होंदी है क्योंकि इस करना तो पहला कदे भी उसकी माँ ने डर बारे उहदे नाल गल नहीं सी कीती। इस तरह ही शिवाजी मराठा नूं बहादुर और सूरवीर बनाने में उसकी माँ जीजाबाई ने बड़ा बड़ा हिस्सा पाया सी। बच्चे की शख्सियत नूं सुतंत्र बदन फुल देना चाहिए और उहदे उत्ते कोई भी चीज़ ठोसनी उहदे वाधे नूं रोकती है। इस तो बिना बच्चे की छोटी तो छोटी सफलता की तारीफ करनी भी बड़ी जरूरी है। संसार प्रसिद्ध लिखारी चार्ल्स डिकन्स नूं इस गल का बड़ा दुख रहा जदों बच्चा सी तो उसकी हर गल का नज़दीकी रिश्तेदारां ने मखौल ही उड़ाया और वो इस दुख नूं सारी उम्र ना भुल सकिया। इस सिलसिले में टैगोर अपनी जीवन कथा में लिखदा, एक बार मैं अपने पिता जी नाल पहाड़ की सैर उत्ते गया। शाम नूं मैं बहुत सारे रंग बिरंगे पत्थर गीटे इकट्ठे करके घर लै आया और पिता जी नूं दिखाए। पिता जी ने मेरे इस काम की बड़ी शलाघा की और कहा तू इन्ने सोहणे गीटे पत्थर कित्थों लै आया। मैं सारे पासे घूमदा रहा, मैनू किते नहीं मिले। टैगोर अपनी किताब शख्सियत में भी आज़ाद सोचनी बारे काफ़ी जोर दिंदा है। आज़ाद सोचनी बारे तो महात्मा बुद्ध भी बार बार कह रहा तो इसे करके उन्हें अपने चचेरे भरा आनंद नूं कहा सी जो मैं कह रहा हाँ जां जो साडे बजुर्गों ने कहा है जां जो किताबां विच लिखिया बिल्कुल यकीन ना कर, सगों जो तेरे दिमाग अनुसार तर्कशीलता के आधार उत्ते ठीक लगता उस ते यकीन कर। तो अज दुनिया में बौद्धी फिलोसफी का लोहा मन्निया जाता। बरतानवी फिलोसफर बर्टन रसल भी आज़ाद सोचनी उत्ते पक्का अंगूठा लाउंदा है। कुछ लोगों की गल सोचनी कि गालां घिओ दीआं नालां बच्चे के दिमागी ते सरीरक वाधे विच रोक पाउंदी है। तो पंजाबी की ही एक होर फजूल कहावत बच्चा ते रंबा जिन्ना चंडो उन्ना ही चंगा दी अज के जमाने में कोई थां नहीं है। बच्चे को तो सिर्फ निघे प्यार की लोड़ है। इस करके प्रसिद्ध एक्टर चार्ली चैपलिन प्यार लिए सारी उम्र तरसदा रहा भावें उन्हें बेशुमार दौलत कमाई और कई औरतों नाल ब्याह किए। साल के 365 दिनों में किवें रहना किताब का लेखक लिखदा लोगों 90% तो भी ज़्यादा मानसिक बीमारियां सुभाविक गिरावट इमोशनल इंड्यूस इलनेस तो ही पैदा होंदियां हन। तो इस सुभाविक पक्याई लियाउण विच प्यार का बड़ा बड़ा हथ है। खाली टोल बच्चे नूं कोई भी ऐसी गल ना सिखाओ जिहदे नाल उहदे दिल दिमाग से सारी उम्र डर बैठा रहे। उहदे विच इन्ना ज़्यादा आत्म विश्वास पैदा करो कि वह अपने फैसले आप कर सके। बच्चों की फैसला करने की शक्ति नूं सराहना चाहिए है, ना कि उहदे विचारों का मखौल उड़ा के उहदे उत्ते विचार ठुसे जान। तू चुप रह, वड्डियां नाल बहस करदा, वड्डियां सामने बोलदा, जदों कि अज ये गल साबित हो चुकी है कि उम्र का अकल नाल कोई भी सीधा संबंध नहीं है। तो दुनिया भर के मनोविग्यानियों का कहना है कि बच्चों दीयां गल्लां नूं
ਗੌਰ ਨਾਲ ਸੁਣਨਾ ਚਾਹੀਦਾ ਅਤੇ ਉਹਨਾਂ ਨਾਲ ਕੀਤੀਆਂ ਬੇਇਨਸਾਫੀਆਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਉਥਲ ਪੁਥਲ ਕਰਕੇ ਰੱਖ ਦਿੰਦੀਆਂ ਨੇ। ਉਹਨਾਂ ਦੇ ਵੀ ਕਹਿਣਾ, ਸ਼ਖਸੀਅਤ ਨੂੰ ਬਣਾਉਣ ਵਾਲੇ ਦੋ ਮਹੱਤਵਪੂਰਨ ਤੱਤਾਂ ਵਿਰਸੇ ਅਤੇ ਵਾਤਾਵਰਨ ਨੂੰ ਵੀ ਅਸੀਂ ਅੱਜ ਬਦਲਣ ਦੇ ਯੋਗ ਹਾਂ। ਇਸ ਤੋਂ ਬਿਨਾਂ ਇਹ ਵੀ ਸਿੱਧ ਹੋ ਚੁੱਕਾ ਕਿ ਇੱਕ ਇਨਸਾਨ ਆਪਣੇ ਦਿਮਾਗ ਦੀ ਤਾਕਤ ਦਾ ਸਿਰਫ 4% ਹਿੱਸਾ ਹੀ ਵਰਤੋਂ ਵਿੱਚ ਲਿਆਉਂਦਾ ਅਤੇ 96% ਤਾਕਤ ਬਿਨਾਂ ਵਰਤਿਆਂ ਹੀ ਪਈ ਰਹਿੰਦੀ ਹੈ। ਇਹਨਾਂ ਅੰਤਰਰਾਸ਼ਟਰੀ ਸਾਲਾਂ ਨੂੰ ਮਨਾਉਣ ਦਾ ਮਹੱਤਵ ਤਾਂ ਇਸ ਗੱਲ ਵਿੱਚ ਹੈ ਕਿ ਅਸੀਂ ਆਪਣੀ ਦਿਮਾਗੀ ਸ਼ਕਤੀ 4% ਤੋਂ ਜ਼ਿਆਦਾ ਵਰਤੋਂ ਲੋਕ ਭਲਾਈ ਦੇ ਕੰਮ ਵਿੱਚ ਹਿੱਸਾ ਪਾ ਸਕੀਏ, ਨਹੀਂ ਤਾਂ ਸਿਰਫ ਖਾਲੀ ਢੋਲ ਵਜਾਉਣ ਵਾਲੀ ਹੀ ਗੱਲ ਹੋਵੇਗੀ। ਇਹ ਤਾਂ ਸੀ ਜੀ ਮੇਰਾ ਲੇਖ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਅੰਤਰਰਾਸ਼ਟਰੀ ਸਾਲ ਮਨਾਉਣ ਬਾਰੇ। ਅਤੇ ਹੁਣ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਇਸ ਮਸਲੇ 'ਤੇ ਆਪਾਂ ਇੱਕ ਭਰਪੂਰ ਬਹਿਸ ਕਰ ਸਕੀਏ, ਕਿਉਂਕਿ ਆਪਾਂ ਹੁਣੇ ਅਜੇ 14 ਜਿਹੜਾ ਆਪਣਾ ਅਪ੍ਰੈਲ ਦਾ ਦਿਨ ਸੀਗਾ, ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਜਿਹੜਾ ਜਨਮ ਦਿਨ ਮਨਾ ਕੇ ਬੈਠੇ ਅਤੇ ਅਜੇ ਵੀ ਜਨਮ ਦਿਨ ਮਨਾ ਰਿਹਾ ਹੈ। ਜਿਸ ਤਰ੍ਹਾਂ ਅਸੀਂ ਵੀ ਕਾਂਸ਼ੀ ਟੈਲੀਵਿਜ਼ਨ 'ਤੇ ਇਸ ਸੰਡੇ ਨੂੰ 24 ਅਪ੍ਰੈਲ ਨੂੰ 11 ਤੋਂ 3 ਵਜੇ ਤੱਕ ਬਾਬਾ ਸਾਹਿਬ ਦਾ ਜਨਮ ਦਿਨ ਯਾਨੀ ਕਿ ਮਨਾ ਰਹੇ ਹਾਂ। ਅਤੇ ਤੁਹਾਨੂੰ ਵੀ ਗੁਜ਼ਾਰਿਸ਼ ਹੈ ਤੁਸੀਂ ਵੀ ਯਾਨੀ ਕਿ ਇੱਥੇ ਜ਼ਰੂਰ ਆਓ ਤਾਂ ਕਿ ਤੁਸੀਂ ਪ੍ਰੈਜ਼ੈਂਟਰ ਵੀ ਮਿਲ ਸਕੋ ਅਤੇ ਯਾਨੀ ਕਿ ਜਿਹੜਾ ਹੈਗਾ ਆਪਣੀਆਂ ਗੱਲਾਂ ਵੀ ਸਾਡੇ ਨਾਲ ਸਾਂਝੀਆਂ ਕਰ ਸਕੋ। ਪਰ ਜਿਹੜੀ ਗੱਲ ਮੈਂ ਇਹ ਕਰ ਰਿਹਾ ਬਾਬਾ ਸਾਹਿਬ ਦਾ ਜਨਮ ਦਿਨ ਵਿੱਚ ਹੈ, ਅਤੇ ਬਾਕੀ ਅਸੀਂ ਵਿਸਾਖੀ ਵੀ ਮਨਾ ਕੇ ਹਟੇ ਹੈਗੇ ਹਾਂ। ਅਸੀਂ ਹਰ ਸਾਲ ਮਨਾਉਂਦੇ ਹਾਂ, ਬਾਬਾ ਸਾਹਿਬ ਜਨਮ ਦਿਨ ਮਨਾਉਂਦੇ ਹਾਂ, ਵਿਸਾਖੀ ਵੀ ਅਸੀਂ ਮਨਾਉਂਦੇ ਹਾਂ, ਦੀਵਾਲੀ ਮਨਾਉਂਦੇ ਹੈਗੇ ਹਾਂ, ਜਾਂ ਹੋਰ ਬਹੁਤ ਸਾਰੇ ਤਿਉਹਾਰ ਵੀ ਅਸੀਂ ਮਨਾਉਂਦੇ ਹਾਂ। ਬਹੁਤ ਸਾਰੇ ਮਹਾਨ ਇਨਸਾਨ ਹੈਗੇ, ਉਹਨਾਂ ਦੀਆਂ ਅਸੀਂ ਜਿਹੜੇ ਤਿਉਹਾਰ ਹੈਗੇ ਆ ਜਾਣੀ ਕਿ ਜਾਂ ਗੁਰੂਆਂ ਦੇ ਵੀ ਤਿਉਹਾਰ ਅਸੀਂ ਮਨਾਉਂਦੇ ਹਾਂ। ਗੁਰੂ ਰਵਿਦਾਸ ਦਾ ਅਸੀਂ ਜਿਹੜਾ ਜਨਮ ਦਿਨ ਮਨਾ ਕੇ ਹਟੇ ਹਾਂ, ਫਿਰ ਗੁਰੂ ਨਾਨਕ ਦੇਵ ਜੀ ਦਾ ਮਨਾਉਂਦੇ ਹੈਗੇ ਹਾਂ, ਜਾਂ ਇਨਕੇ ਬੁੱਧ ਜਯੰਤੀ ਮਨਾਉਂਦੇ ਹੈਗੇ। ਇਹਨਾਂ ਜਿਹੜੇ ਅਸੀਂ ਤਿਉਹਾਰ ਇੱਦਾਂ ਮਨਾਉਂਦੇ ਹੈਗੇ ਹਾਂ, ਉਹਨਾਂ ਦਾ ਸੈਂਟਰਲ ਥੀਮ ਕੀ ਹੈ, ਕੀ ਅਸੀਂ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਹੈਗੀਆਂ ਜਾਂ ਸੈਂਟਰਲ ਥੀਮ ਹੈਗਾ ਉਹ 'ਤੇ ਪੂਰੇ ਉਤਰਦੇ ਹਾਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ ਮੈਂ ਜਗਦੀਸ਼ ਸਿੰਘ ਬੋਲਦਾ ਜੀ, ਗਲਾਸਕੋ ਤੋਂ। ਜਗਦੀਸ਼ ਜੀ, ਤੁਹਾਡਾ ਵੈਲਕਮ ਆ। ਤੁਸੀਂ ਕੀ ਕਹਿਣਾ ਚਾਹੋਗੇ ਇਸ ਮਸਲੇ ਬਾਰੇ? ਹਮੇਸ਼ਾ ਦੀ ਤਰ੍ਹਾਂ ਅੱਜ ਦਾ ਵੀ ਜਿਹੜਾ ਤੁਹਾਡਾ ਮੁੱਦਾ ਹੈ ਉਹ ਮਨ, ਵਿਚਾਰ, ਆਤਮਾ ਦੇ ਨਾਲ ਜੁੜਿਆ ਹੋਇਆ ਹੁੰਦਾ। ਹਾਂਜੀ। ਅੰਤਰਰਾਸ਼ਟਰੀ ਸਾਲ ਮਨਾਉਣਾ ਜਿਹੜਾ ਨਾ, ਇਹ ਇੱਕ ਬੜੀ ਅੱਛੀ ਸ਼ਲਾਘਾਯੋਗ ਇਹ ਕਦਮ ਹੈ ਜਿਹੜਾ ਕਿ ਯੂਨਾਈਟਿਡ ਨੇਸ਼ਨ ਨੇ, ਸੰਯੁਕਤ ਰਾਸ਼ਟਰ ਨੇ ਇਹ ਕੀਤਾ। ਉਹਨਾਂ ਨੂੰ ਦੇਖ ਕੇ ਬਹੁਤ ਸਾਰੀਆਂ ਸੰਸਥਾਵਾਂ ਸਾਡੇ ਸਕਾਟਲੈਂਡ ਦੇ ਵਿੱਚ, ਅਸੀਂ ਗੱਲ ਹਮੇਸ਼ਾ ਸਕਾਟਲੈਂਡ ਦੀ ਕਰਦੇ ਹਾਂ, ਸਕਾਟਲੈਂਡ ਦੇ ਵਿੱਚ ਸੰਸਥਾ ਹੈਗੀ ਹੈ ਸਿੱਖਾਂ ਦੀ ਬਣਾਈ ਹੋਈ, ਮੈਨੂੰ ਉਹਨਾਂ ਦਾ ਨਾਂ ਮੈਨੂੰ ਖਿਆਲ ਨਹੀਂ ਉਹਦਾ ਹੈਗਾ। ਉਹ ਜਿਹੜੇ ਸਿੱਖਲੀਗਰ ਵਣਜਾਰੇ ਇੰਡੀਆ ਦੇ ਵਿੱਚ ਨੇ ਉਹਨਾਂ ਦੀ ਬਹੁਤ ਸਹਾਇਤਾ ਕਰਦੇ ਆ, ਖਾਸ ਕਰਕੇ ਵਿਦਿਅਕ ਤੌਰ ਤੇ ਉਹਨਾਂ ਦੀ ਬੜੀ ਮਦਦ ਕਰਦੇ ਆ। ਉਹਨਾਂ ਨੇ ਇੱਕ ਸਕੂਲ ਵੀ ਹੁਣ ਇਸ ਸਾਲ ਸ਼ੁਰੂ ਕਰਨਾ ਤੇ ਗਏ ਹੋਏ ਉੱਥੇ ਉਹ ਕਰਨ ਲਈ, ਯਾਨੀ ਮਤਲਬ ਕਹਿਣ ਦਾ ਇਹ ਹਾਂ, ਸਿੱਖ ਕਾਉਂਸਲ ਆਫ ਸਕਾਟਲੈਂਡ, ਠੀਕ ਹੈ, ਉਹ ਹੈ ਸਿੱਖ ਕਾਉਂਸਲ ਆਫ ਸਕਾਟਲੈਂਡ ਉਹਦਾ ਨਾਮ। ਤੇ ਜਦੋਂ ਤੁਸੀਂ ਗੱਲ ਕਰਦੇ ਹੋ ਵਿਰਸਾ ਅਤੇ ਵਾਤਾਵਰਨ, ਵਿਰਸਾ ਤੇ ਜਿਹੜਾ ਤੁਹਾਨੂੰ ਮਿਲ ਗਿਆ ਉਹ ਕੋਈ ਬਦਲ ਨਹੀਂ ਸਕਦਾ ਹੈਗਾ, ਲੇਕਿਨ ਜਿਹੜਾ ਵਾਤਾਵਰਨ ਹੈ ਉਹਦੇ ਨਾਲ ਵੀ ਬਹੁਤ ਮਹੱਤਵਪੂਰਨ ਅਸਰ ਪੈਂਦਾ ਬੱਚੇ ਤੇ। ਵਾਤਾਵਰਨ ਜਿਹੜਾ ਬੱਚਿਆਂ ਦੇ ਨਾਲ ਖੇਲਣਾ ਜਾਂ ਜਿਨ੍ਹਾਂ ਦੇ ਨਾਲ ਉੱਠਣਾ ਬੈਠਣਾ, ਜਿਨ੍ਹਾਂ ਦੀ ਕੰਪਨੀ ਹੋਣੀ ਜਾਂ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਬੱਚੇ ਰਹਿੰਦੇ ਆ, ਉਹਨਾਂ ਦਾ ਅਸਰ ਉਹਨਾਂ ਚੀਜ਼ਾਂ ਦਾ ਬਹੁਤ ਪੈਂਦਾ। ਦੇਖੋ ਤੁਸੀਂ ਕਿਹਾ ਵੀ ਮੁੰਡਾ ਤੇ ਰੰਬਾ ਜਿੰਨਾ ਚੰਡੋ ਓਨਾ ਚੰਗਾ, ਇਹ ਸਾਨੂੰ ਬਚਪਨ ਦੇ ਵਿੱਚ ਆਮ ਤੌਰ ਤੇ ਬਹੁਤ ਵਾਰੀ ਸੁਣਨ 'ਚ ਮਿਲਦਾ ਸੀਗਾ। ਫਿਰ ਤੁਸੀਂ ਗੱਲ ਕਰਦੇ ਸ਼ਿਵਾਜੀ ਮਰਾਠਾ, ਕੀ ਸ਼ਿਵਾਜੀ ਮਰਾਠਾ ਨੇ ਦੀ ਮਾਂ ਨੇ ਉਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਕੀ ਉਹਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕੀਤਾ ਸੀਗਾ? ਨਹੀਂ, ਉਹਨਾਂ ਦੇ ਵਾਸਤੇ ਦੇਸ਼ ਭਗਤੀ ਦੀ ਭਾਵਨਾ ਕੁੱਟ ਕੇ ਪਾਈ ਹੋਈ ਸੀ, ਇਸੇ ਕਰਕੇ ਉਹ ਬਹੁਤ ਵੀਰ ਬਹਾਦਰ ਬਣਿਆ। ਹੁਣ ਗੱਲ ਆਉਂਦੀ ਹੈ ਸ਼ਲਾਘਾ ਤੇ ਹਲਾਸ਼ੇਰੀ ਦੀ। ਮਾਂ ਬਾਪ ਆਮ ਤੌਰ ਤੇ ਜਦੋਂ ਬੱਚਿਆਂ ਨੂੰ ਕੰਪੇਅਰ ਕਰਦੇ ਦੂਸਰਿਆਂ ਨਾਲ ਕਿ ਬਈ ਉਹ ਤੇਰੇ ਤਾਂ 45% ਆਏ ਆ, ਗੁਆਂਢੀਆਂ ਦੇ 85% ਆ ਗਏ, ਉਹ ਪਰਲੇ ਦੇ 92% ਆਏ ਆ, ਉਹਦੇ ਨਾਲ ਬੱਚੇ ਜਿਹੜਾ ਨਾ ਇੱਕ ਤਰ੍ਹਾਂ ਨਾਲ ਇੱਕ ਸ਼ੋਸ਼ਣ ਹੁੰਦਾ ਉਹਦੇ ਨਾਲ। ਉਹਨੂੰ ਏਦਾਂ ਲੱਗਦਾ ਵੀ ਮੈਂ ਕਾਸੇ ਜੋਗਾ ਨਹੀਂ ਹੈਗਾ, ਬਾਕੀ ਮੇਰੇ ਨਾਲ ਚੰਗੇ ਆ। ਹਾਲਾਂਕਿ ਹੋਣਾ ਇਹ ਚਾਹੀਦਾ, ਦੇਖੋ ਸਟ੍ਰਿਕਟ ਅਪਬ੍ਰਿੰਗਿੰਗ ਦੀ ਅਗਰ ਦੂਸਰੀ ਤੁਸੀਂ ਇਹਦਾ ਪਹਿਲੂ ਦੇਖੋ, ਅਗਰ ਉਹ ਨਹੀਂ ਹੈ ਤਾਂ ਬੱਚੇ ਵਿਗੜ ਵੀ ਸਕਦੇ ਆ, ਲੇਕਿਨ ਡਿਸਿਪਲਿਨ ਔਰ ਅਨੁਸ਼ਾਸਨ ਉਹ ਜ਼ਰੂਰੀ ਹੈ, ਨਾ ਕਿ ਆਹ ਕੰਪੇਅਰ ਕਰਨਾ ਜਾਂ ਡੰਡੇ ਨਾਲ ਕੁੱਟ ਸੁੱਟਣਾ, ਜਾਂ ਇੱਕ ਬੱਚਾ ਜਿਹੜਾ ਰੋਂਦਾ ਹੈਗਾ ਉਹਨੂੰ ਇਹ ਨਹੀਂ ਦੇਖਣਾ ਵੀ ਛੋਟਾ ਬੱਚਾ ਕਿਉਂ ਰੋਂਦਾ, ਬਸ ਇਹ ਮੈਨੂੰ ਚੰਗਾ ਨਹੀਂ ਲੱਗਦਾ, ਇਹ ਹਮੇਸ਼ਾ ਰੋਂਦਾ ਹੀ ਰਹਿੰਦਾ।
ਤੇ ਉਹਨੂੰ ਮਾਂ ਨੇ ਬਾਹਰ ਚੋਂ ਸੁੱਕਣਾ ਪਾ ਤੇ ਬੱਚਾ ਮਰ ਗਿਆ। ਸ਼ਲਾਘਾ ਔਰ ਹਲਾਸ਼ੇਰੀ ਜਿਹੜੀ ਦੇਣੀ ਹੈ ਨਾ, ਉਹ ਕੰਪੈਰੇਟਿਵ ਸਾਈਡ ਹੈਗੀ ਉਸ ਚੀਜ਼ ਦਾ, ਜਿਹੜੀ ਉਹਦੀ ਨਿੰਦਿਆ ਕਰਨੀ ਜਾਂ ਦੂਸਰੇ ਨਾਲ ਕੰਪੇਅਰ ਕਰਕੇ ਕਹਿਣਾ ਵੀ ਉਹ ਤੇਰੇ ਨਾਲੋਂ ਚੰਗੇ ਆ। ਹਾਲਾਂਕਿ ਹੋਣਾ ਇਹ ਚਾਹੀਦਾ ਵੀ ਦੇਖ ਬੇਟਾ, ਉਹਨੇ ਜੋ ਕੀਤਾ ਨਾ, ਅਗਲੇ ਸਾਲ ਤੇਰੇ ਨੰਬਰ ਤੋਂ ਇਦਾਂ ਕਰੀ ਵੀ ਕੋਈ ਇਹੋ ਜਿਹੀ ਗੱਲ ਕਰ, ਉਦੋਂ ਵਧੀਆ ਨੰਬਰ ਲੈ ਕੇ ਆਏ। ਇੱਕ ਵੱਡੀ ਬਦਕਿਸਮਤੀ ਗੱਲ ਇਹ ਹੈ ਕਿ ਘੱਟ ਗਿਣਤੀ ਲੋਕ ਜਿਹੜੇ ਹੁੰਦੇ ਨੇ ਨਾ, ਉਹ ਆਮ ਤੌਰ ਤੇ ਘੱਟ ਖੁਸ਼ਕਿਸਮਤ ਵੀ ਹੁੰਦੇ ਨੇ, ਕਿਉਂਕਿ ਘੱਟ ਗਿਣਤੀ ਲੋਕਾਂ ਨੂੰ ਉਹਨਾਂ ਦੇ ਜਿਹੜੇ ਹਕੂਕ, ਉਹਨਾਂ ਦੇ ਅਧਿਕਾਰ ਨਹੀਂ ਮਿਲਦੇ ਹੈਗੇ, ਔਰ ਉਹਨਾਂ ਨੂੰ ਡਾਊਨ ਟ੍ਰੋਡਨ ਰੱਖਿਆ ਜਾਂਦਾ, ਇਹ ਮਹਿਸੂਸ ਕਰਾਉਣ ਲਈ ਕਿ ਇਹ ਤਾਂ ਹੈ ਹੀ ਇਸ ਕੰਮ ਨੇ, ਇਹ ਭਈਏ ਹੈ ਜਾਂ ਇਹ ਗਰੀਬ ਹੈ, ਮਾੜੀ ਛੋਟੀ ਜਾਤੀ ਦੇ ਹੈ। ਉਹਨਾਂ ਨੂੰ ਇੱਕ ਤਰ੍ਹਾਂ ਦੀ ਇੱਕ ਲਾਹਨਤ ਭੇਜੀ ਜਾਂਦੀ ਵੀ ਤੁਸੀਂ ਕਿਸ ਕਾਸੇ ਜੋਗੇ ਹੈ ਹੀ ਨਹੀਂ। ਇਹ ਕਰਦੇ ਕਰਦੇ ਉਹ ਘੱਟ ਖੁਸ਼ਕਿਸਮਤ ਇਸ ਕਰਕੇ ਹੋ ਜਾਂਦੇ ਨੇ। ਬਹੁਤੀ ਵਾਰੀ ਉਹ ਜਿਹੜਾ ਉਪਰਾਲਾ ਕਰਨਾ ਛੱਡ ਦਿੰਦੇ ਵੀ ਅਸੀਂ ਤਾਂ ਹੁਣ ਹੀ ਰਹਿਣਾ, ਸਾਡੇ ਬੱਚਿਆਂ ਨੇ ਤਾਂ ਪੜ੍ਹਨਾ ਹੀ ਨਹੀਂ ਹੈ ਜੀ। ਜੇ ਕੋਈ ਬਾਬਾ ਸਾਹਿਬ ਦੀ ਐਗਜ਼ਾਮਪਲ ਦਿਓ, ਕਿਸ ਫੈਮਿਲੀ 'ਚੋਂ ਆਏ ਤੇ ਕਿੱਥੇ ਜਾ ਕੇ ਅੱਜ ਪੰਜਾਬ ਦੇ ਜਿਹੜਾ ਚੀਫ ਮਿਨਿਸਟਰ ਹੈ, ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਹੈਗੀ ਸਰਕਾਰੀ ਜਿੱਥੇ ਬਾਬਾ ਸਾਹਿਬ ਦੀ ਫੋਟੋ ਨਹੀਂ ਹੈਗੀ, ਜਿੱਥੇ ਭਗਤ ਸਿੰਘ ਸ਼ਹੀਦ ਦੀ ਫੋਟੋ ਨਹੀਂ ਹੈਗੀ। ਸੋ ਕਹਿਣ ਦਾ ਮਤਲਬ ਇਹ ਹੈ, ਬੱਚਿਆਂ ਨੂੰ ਪਾਲਣ ਲਈ ਸਾਨੂੰ ਕੋਈ ਸਕੂਲ ਜਾਂ ਕਾਲਜ ਜਾਣ ਦੀ ਜ਼ਰੂਰਤ ਨਹੀਂ। ਆਪਣੇ ਮਾਂ-ਬਾਪ ਕੋਲ ਸਿੱਖੋ, ਆਪਣੇ ਆਲੇ ਦੁਆਲੇ ਦੇ ਵਾਤਾਵਰਨ ਤੋਂ ਦੇਖੋ ਕਿ ਅੱਜ ਦੇ ਮਾਹੌਲ ਦੇ ਵਿੱਚ ਬੱਚਿਆਂ ਨੂੰ ਕਿਸ ਤਰ੍ਹਾਂ ਪਾਲਿਆ ਜਾਵੇ, ਨਾ ਕਿ ਜੋ ਸਾਡੇ ਮਾਪਿਆਂ ਨੇ ਕੀਤਾ ਸੀ ਅਸੀਂ ਬਿਲਕੁਲ ਉਹੀ ਕਰਨਾ। ਅਸੀਂ ਦੇਸ਼ ਬਦਲ ਲਿਆ, ਅਸੀਂ ਆਪਣੀ ਸਾਰੇ ਹੋਰ ਕੰਮਕਾਰ ਬਦਲ ਲਏ, ਅਸੀਂ ਆਪਣਾ ਬੱਚਿਆਂ ਪ੍ਰਤੀ ਜਿਹੜਾ ਨਾ ਐਟੀਟਿਊਡ ਹੈ, ਉਹਨਾਂ ਪ੍ਰਤੀ ਜਿਹੜਾ ਸਾਡੀ ਸੋਚ ਹੈ, ਉਹ ਬਦਲਣ ਦੀ ਬਹੁਤ ਜ਼ਰੂਰਤ ਹੈ। ਤੇ ਮੈਂ ਇੰਨੇ ਲਫ਼ਜ਼ ਕਹਿੰਦਾ ਹੋਇਆ ਤੁਹਾਡੇ ਕੋਲ ਖਿਮਾ ਚਾਹੂੰਗਾ। ਔਰ ਤੁਸੀਂ ਪ੍ਰੋਗਰਾਮ ਬਹੁਤ ਸ਼ਾਨਦਾਰ ਕਰ ਰਹੇ ਹੋ। ਐਤਕੀ ਮੈਨੂੰ ਨੰਬਰ 1 ਮਿਲ ਗਿਆ, ਇਸ ਕਰਕੇ ਮੈਂ ਕੀ ਕਹਿੰਦਾ ਬੜਾ ਸ਼ੁਕਰਗੁਜ਼ਾਰ ਹਾਂ। ਮੈਂ ਐਤਕੀ ਸਿੱਧੀ ਨੰਬਰ ਲਾ ਦਿੱਤੇ, ਪਿਛਲੇ ਹਫ਼ਤੇ ਮੈਨੂੰ ਟਾਈਮ ਨਹੀਂ ਮਿਲਿਆ। ਬੜੀ ਕਿਰਪਾ ਤੇ ਤੁਸੀਂ ਗੁੱਡ ਵਰਕ ਜਾਰੀ ਰੱਖੋ। ਥੈਂਕ ਯੂ ਵੈਰੀ ਮਚ। ਥੈਂਕ ਯੂ ਮੇਰੇ ਵੀਰ। ਇਹ ਤਾਂ ਸੀ ਜੀ ਮੇਰੇ ਵੀਰ ਜਗਦੀਸ਼ ਸਿੰਘ ਹੋਣੀ ਗਲਾਸਗੋ ਤੋਂ, ਜਿਨ੍ਹਾਂ ਨੇ ਫੋਨ ਕੀਤਾ। ਤੁਸੀਂ ਵੀ ਟੈਲੀਫੋਨ ਕਾਲ ਕਰਕੇ ਜਿਹੜਾ ਹੈਗਾ ਸਾਡੇ ਨਾਲ ਸੰਪਰਕ ਕਰ ਸਕਦੇ ਆ। ਜੇ ਤੁਸੀਂ ਬਰਤਾਨੀਆ ਤੋਂ, ਯੂਕੇ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਫਿਰ ਤੁਹਾਨੂੰ 0044 ਨੰਬਰ ਲਾਉਣਾ ਪਊਗਾ, 300-770-2246। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ ਨਮਸਕਾਰ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਮਾਨ ਸਾਹਿਬ ਕੀ ਕਹਿਣਾ ਚਾਹੋਗੇ? ਸ਼ਲਾਘਾ ਦੇ ਅਧਿਕਾਰੀ ਹੋ। ਥੈਂਕ ਯੂ ਜੀ। ਬਹੁਤ ਅੱਛੇ ਮੁੱਦੇ ਲੈ ਕੇ ਆਉਂਦੇ ਹੋ। ਬਹੁਤ ਮਿਹਰਬਾਨੀ। ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ। ਹਾਂ, ਦੇਖੋ ਜੀ, ਬੱਚੇ ਜਿਹੜੇ ਹੈ ਨਾ, ਬੱਚਿਆਂ ਨੂੰ ਇੰਨਾ ਪਿਆਰ ਚਾਹੀਦਾ ਹੈ ਕਿ ਜਿਹੜਾ ਉਹਨਾਂ ਦਾ ਭਵਿੱਖ ਉਸ ਤੁਹਾਡੇ ਪਿਆਰ ਤੋਂ ਹੀ ਬਣਦਾ ਹੈ। ਤੇ ਦੂਸਰੀ ਗੱਲ ਹੈ ਕਿ ਕਈ ਮੁਲਕਾਂ ਦੇ ਵਿੱਚ ਬੱਚੇ ਜਿਹੜੇ ਹੈ ਨਾ, ਉਹ ਪਾਣੀ ਤੋਂ ਵੀ ਤਰਸਦੇ ਆ, ਹਰੇਕ ਚੀਜ਼ ਤੋਂ ਤਰਸਦੇ ਆ। ਲੇਕਿਨ ਇੱਥੇ ਕੋਈ ਸੰਸਥਾ ਹੈਗੀ ਹੈ ਜਿਹੜੀ ਕਿ ਸੇਵ ਦਾ ਚਿਲਡਰਨ। ਸਭ ਤੋਂ ਪਹਿਲਾਂ ਉਹਨਾਂ ਨੂੰ ਪੈਸੇ ਦੇਣੇ ਚਾਹੀਦੇ ਆ, ਕਿਉਂਕਿ ਉਹ ਜਾ ਕੇ ਨਲਕੇ ਵੀ ਲਾਉਂਦੇ ਆ, ਸਾਰਾ ਕੁਝ ਸਕੂਲਾਂ ਦੀ ਦੇਖ ਰੇਖ ਵੀ ਕਰਦੇ ਆ। ਉਹ ਬੱਚਿਆਂ ਲਈ ਜਿਹਨਾਂ ਕੋਲ ਕੱਪੜੇ ਨਹੀਂ, ਸਰਦੀਆਂ ਗਰਮੀਆਂ ਜਾਓ, ਉਹਨਾਂ ਦੀ ਦੇਖ ਰੇਖ ਕਰਦੇ ਆ। ਉਹਨਾਂ ਦੀ ਹੈਲਪ ਜ਼ਰੂਰ ਚਾਹੀਦੀ ਆ। ਕਿ ਮੈਂ ਤਕਰੀਬਨ ਲਾਸਟ 25 ਸਾਲ ਤੋਂ ਉਸ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਭੇਜਦਾ ਹਾਂ। ਵੈਲ ਡਨ, ਵੈਲ ਡਨ। ਬਹੁਤ ਸਾਰੀਆਂ ਵਧਾਈਆਂ ਨਾ। ਇਹ ਚੀਜ਼ ਮਤਲਬ ਹਰੇਕ ਇਨਸਾਨ ਦੇ ਦਿਲ ਦੇ ਵਿੱਚ ਹੋਣੀ ਚਾਹੀਦੀ ਹੈ। ਤੇ ਦੂਸਰੀ ਤੁਸੀਂ ਕੀਤੀ ਹੈ ਕਿ ਜਿਹੜੇ ਇੰਟਰਨੈਸ਼ਨਲ ਵੂਮਨਸ ਡੇਜ਼ ਵਗੈਰਾ ਵਗੈਰਾ, ਗੁਰੂਆਂ ਦੇ ਜਨਮ ਦਿਨ ਮਨਾਉਂਦੇ ਆ ਜਾਂ ਹੋਰ, ਉਹਨਾਂ ਬਾਰੇ ਜਿਹੜੇ ਵੂਮਨਸ ਡੇ ਆ, ਉਹਦੇ ਬਾਰੇ ਤਾਂ ਸਾਨੂੰ ਰੋਜ਼ ਸੋਚਣਾ ਚਾਹੀਦਾ ਕਿ ਬਹੁਤ ਸਤਿਕਾਰ ਦੇਣਾ ਚਾਹੀਦਾ। ਦੇਖੋ, ਜਿੰਨੇ ਵੀ ਸਾਡੇ ਧਾਰਮਿਕ ਅਦਾਰੇ ਆ, ਵੂਮਨ ਨੂੰ ਕਦੇ ਵੀ ਉਹਨਾਂ ਨੇ ਬਰਾਬਰ ਦਾ ਹੱਕ ਨਹੀਂ ਦਿੱਤਾ। ਇੱਕੋ ਹੀ ਇੱਕ ਬਾਬਾ ਸਾਹਿਬ ਦਾ ਸੰਵਿਧਾਨ ਆ ਭਾਰਤ ਦਾ, ਜਿਹੜਾ ਕਿ ਵੂਮਨ ਨੂੰ ਬਰਾਬਰ ਤੇ ਹੱਕ ਦਿੰਦਾ। ਕਿਹੜੀ ਪੋਸਟ ਤੇ ਨਹੀਂ, ਪ੍ਰੈਜ਼ੀਡੈਂਟ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਪੋਸਟ ਤੱਕ ਪਹੁੰਚਾਇਆ ਹੈਗਾ। ਲੇਕਿਨ ਧਾਰਮਿਕ ਸੰਸਥਾਵਾਂ ਨੇ ਕੋਈ ਬਰਾਬਰ ਦਾ ਹੱਕ ਨਹੀਂ ਦਿੱਤਾ। ਸੰਵਿਧਾਨ ਨੇ ਪੂਰਾ ਔਰਤ ਨੂੰ ਹੱਕ ਦਿੱਤਾ। ਲੇਕਿਨ ਜਿਹੜੇ ਮਹਾਂਪੁਰਸ਼ਾਂ ਦੇ ਜਨਮ ਦਿਨ ਮਨਾਉਣ ਦੇ, ਉਹਨਾਂ ਨੂੰ ਤਾਂ ਰੋਜ਼ ਯਾਦ ਕਰਨਾ ਚਾਹੀਦਾ ਹੈਗਾ, ਹਰ ਕਿਸਾ ਦੇ ਨਾਲ। ਜਿਸ ਤਰ੍ਹਾਂ ਬਾਬਾ ਸਾਹਿਬ ਆ, ਉਹਨਾਂ ਨੇ ਹਰੇਕ ਇਨਸਾਨ ਦੀ ਭਲਾਈ ਵਾਸਤੇ ਕੰਮ ਕੀਤਾ। ਲੇਕਿਨ ਜਿਹੜੇ ਗੁਰੂਆਂ ਦੀ ਸੋਚ ਆ, ਉਹਨਾਂ ਦੀ ਸੋਚ ਸੀਗੀ ਕਿ ਬਰਾਬਰ ਦੇ ਹਰੇਕ ਇਨਸਾਨ ਬਰਾਬਰ ਆ, ਉਹਦੇ 'ਚ ਊਚ ਨੀਚ ਨਹੀਂ ਹੋਣੀ ਚਾਹੀਦੀ। ਸਾਨੂੰ ਉਹਨਾਂ ਦੇ ਜਨਮ ਦਿਨ ਮਨਾਉਣ ਦੀ ਬਜਾਏ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਜ਼ਰੂਰਤ ਹੈ। ਆਹ ਸੀ ਜੀ ਗੱਲ ਮਾਨ ਸਾਹਿਬ, ਇਸ ਗੱਲ ਤੇ ਮੈਂ ਜ਼ੋਰ ਦੇਣਾ ਚਾਹੁੰਦਾ ਸੀ ਜੀ। ਤੇ ਇਸੇ ਕਰਕੇ ਹਰੇਕ ਇਨਸਾਨ ਨੂੰ ਚਾਹੀਦਾ ਕਿ ਰੋਜ਼ ਤੁਸੀਂ ਪਾਠ ਪੂਜਾ ਕਰਨ ਦੀ ਬਜਾਏ ਤੁਸੀਂ ਇਨਸਾਨ ਨੂੰ ਇਨਸਾਨ ਸਮਝੋ। ਤੇ ਇਹ ਚੀਜ਼ ਹੈਗੀ। ਮੈਂ ਇਹਨਾਂ ਕਹਿੰਦਾ ਹੋਏਗਾ, ਬਾਕੀ ਵੀ ਪਿੱਛੇ ਲਾਈਨ ਲੱਗੀ ਹੁੰਦੀ ਆ ਸਾਰਿਆਂ ਦਾ। ਜਿਹੜੇ ਮੇਰੇ ਵੀਰ ਕਿਤੇ ਨਾ ਸੁਣਦੇ ਇਸ ਪ੍ਰੋਗਰਾਮ ਨੂੰ, ਉਹ ਇਸ ਤੇ ਅਮਲ ਕਰਨ। ਇੰਨਾ ਹੀ ਕਹਿੰਦਾ ਹੋਇਆ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਤੇ ਅਸੀਂ ਜੀ ਪ੍ਰੇਮ ਮਾਨ ਹੋਣੀ, ਜਿਨ੍ਹਾਂ ਨੇ ਲੰਡਨ ਤੋਂ ਫੋਨ ਸੀ ਕੀਤਾ। ਬਿਲਕੁਲ, ਜਾਣੀ ਕਿ ਮੇਰਾ ਇਹ
ਲੇਖ ਲਿਖਣ ਦਾ ਤਾਂ ਇਹ ਲੇਖ ਜਾਣੀ ਕਿ ਅੱਜ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਹੀ ਇਹ ਸੀਗਾ ਵੀ ਅਸੀਂ ਸਿਰਫ ਟ੍ਰੈਡੀਸ਼ਨਲਿਸਟ ਵੀ ਹਰ ਸਾਲ ਜੀ ਹਾਂ ਜੀ ਮਨਾਉਣਾ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਿਹਾ ਜੀ? ਹੈਲੋ ਜੀ, ਡਾਕਟਰ ਸਾਹਿਬ ਮੈਂ ਕੀਰਤਨ ਚੌਹਾਨ ਚੌਹਾਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜਾ ਕੋਈ ਵੀ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ, ਹਾਂ ਇਹ ਜਾਣਕਾਰੀ ਇਹਦੇ ਨਾਲ ਜ਼ਿਆਦਾ ਪ੍ਰਾਪਤ ਹੁੰਦੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਉਹ ਦੇਖੋ ਇਹ ਜੇ ਕੋਈ ਵੀ ਜਿਸ ਤਰ੍ਹਾਂ ਬੱਚਿਆਂ ਬਾਰੇ ਆ, ਔਰਤਾਂ ਬਾਰੇ ਆ, ਸਿਹਤ ਬਾਰੇ ਆ, ਹਾਂ ਵਿਦਿਆ ਬਾਰੇ ਆ, ਕਿਉਂਕਿ ਹੁਣ ਦੇਖ ਲਓ ਦੁਨੀਆ ਦੇ ਵਿੱਚ ਤਕਰੀਬਨ 193 ਮੁਲਕ ਆ। ਬਿਲਕੁਲ ਬਿਲਕੁਲ, ਕਿਉਂਕਿ ਕਈ ਮੁਲਕਾਂ ਦੇ ਵਿੱਚ ਤਾਂ ਇਹ ਬਿਲਕੁਲ ਹੀ ਨਹੀਂ ਦੱਸਿਆ ਜਾਂਦਾ ਵੀ ਇਹ ਕੀ ਗੱਲਾਂ ਹੈਗੀਆਂ। ਖਾਸ ਤੌਰ ਤੇ ਭਾਰਤ ਵਿੱਚ ਤੁਸੀਂ ਦੇਖੋ ਵੀ ਉੱਥੇ ਕੋਈ ਏਦਾਂ ਦੀ ਚਰਚਾ ਨਹੀਂ ਕਰਦਾ, ਕੋਈ ਸੈਮੀਨਾਰ ਨਹੀਂ ਕਰਦਾ। ਹੁਣ ਦੇਖੋ ਜਿਹੜੇ ਬੱਚੇ ਆ, ਬੱਚੇ ਕਿਸੇ ਵੀ ਦੇਸ਼ ਦਾ ਵੱਡਾ ਸਰਮਾਇਆ ਹੁੰਦੇ, ਐਬਸੋਲੂਟਲੀ ਯੈਸ ਯੈਸ, ਔਰ ਭਵਿੱਖ ਹੁੰਦੇ ਆ। ਕਿਉਂਕਿ ਜੇ ਬੱਚਿਆਂ ਨੂੰ ਮਤਲਬ ਪਹਿਲਾਂ ਤੋਂ ਹੀ ਅੰਧ ਵਿਸ਼ਵਾਸਾਂ ਤੋਂ ਦੂਰ ਰੱਖਿਆ ਜਾਵੇ ਔਰ ਚੰਗੀ ਸਿਹਤ ਉਹਨਾਂ ਦੀ ਹੋਵੇ ਔਰ ਚੰਗੀ ਸਿੱਖਿਆ ਦਿੱਤੀ ਜਾਵੇ ਤਾਂ ਉਹ ਮੁਲਕ ਤਰੱਕੀ ਕਰੂਗਾ। ਬਿਲਕੁਲ ਬਿਲਕੁਲ। ਫਿਰ ਦੇਖੋ ਜਿਹੜੀਆਂ ਕੁਝ ਵਿਚਾਰਧਾਵਾਂ ਜਿਹੜੀਆਂ ਆ ਉਹ ਇੰਨੀਆਂ ਸੀਮਿਤ ਆ ਔਰ ਉਹ ਜੇ ਉਹਨਾਂ ਦਾ ਪ੍ਰਚਾਰ ਹੀ ਨਾ ਹੋਵੇ ਤਾਂ ਉੱਥੇ ਰਹਿਣੀ। ਇਦਾਂ ਹੈ ਜੀ, ਇਦਾਂ ਹੈ। ਕਿਦਾਂ ਜਿਸ ਤਰ੍ਹਾਂ ਆਪਨੇ ਜ਼ਿਕਰ ਕੀਤਾ ਬੁੱਧ ਦਾ, ਹਾਂ, ਕਿਉਂਕਿ ਬੁੱਧ ਦੀ ਜਿਹੜੀ ਵਿਚਾਰਧਾਰਾ ਉਹ ਅੰਤਰਰਾਸ਼ਟਰੀ ਹੈ। ਐਬਸੋਲੂਟਲੀ, ਬਿਲਕੁਲ ਬਿਲਕੁਲ। ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ, ਉੱਥੇ ਉਹਨਾਂ ਬਾਰੇ ਜਾਣਕਾਰੀ ਮਿਲੂਗੀ। ਕਿਤਾਬਾਂ ਤੁਸੀਂ ਦੇਖ ਲਓ, ਲਾਇਬ੍ਰੇਰੀਆਂ ਦੇ ਵਿੱਚ ਚਲੇ ਜਾਓ, ਕਿਤਾਬਾਂ ਮਿਲਣਗੀਆਂ। ਪਰ ਇਸ ਤਰ੍ਹਾਂ ਹੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਸ ਵੇਲੇ ਭਾਰਤ ਦਾ ਸੰਵਿਧਾਨ ਲਿਖਿਆ, ਉਹ ਤੇ ਫਿਰ ਕਾਫੀ ਚਰਚਾ ਹੋਈ। ਹਾਂਜੀ ਹਾਂਜੀ, ਕਿਉਂਕਿ ਇਹ ਕਾਨੂੰਨ ਦਾ ਮੁੱਦਾ ਹੈ। ਕਿਉਂਕਿ ਜਿਸ ਵੇਲੇ ਉਹ ਸੰਵਿਧਾਨ ਦਾ ਮੁਲਾਂਕਣ ਕੀਤਾ ਔਰ ਉਹਨਾਂ ਨੂੰ ਮਤਲਬ ਬਹੁਤ ਉਹਨਾਂ ਦੀ ਸ਼ਲਾਘਾ ਹੋਈ, ਜਿੱਥੇ ਜਿੱਥੇ ਵੀ ਲੋਕਤੰਤਰ ਹੈ, ਤਾਂ ਫਿਰ ਇੱਥੇ ਵੀ ਬਹੁਤ ਚਰਚਾ ਹੋਈ। ਹਾਂਜੀ ਹਾਂਜੀ। ਪਰ ਬੜੀ ਤਾਂ ਗੱਲ ਹੈਗਾ ਵੀ ਜਿਹੜਾ ਅੰਤਰਰਾਸ਼ਟਰੀ ਜਿਹੜੇ ਦਿਨ ਹੈਗੇ ਆ, ਇਹਨਾਂ ਤੋਂ ਜ਼ਿਆਦਾ ਸੈਮੀਨਾਰ ਹੋਣੇ ਚਾਹੀਦੇ ਆ। ਬਿਲਕੁਲ ਬਿਲਕੁਲ। ਔਰ ਲਿਖਤਾਂ ਲਿਖਣੀਆਂ ਚਾਹੀਦੀਆਂ, ਭਾਸ਼ਣ ਹੋਣੇ ਚਾਹੀਦੇ ਆ। ਪਰ ਇਹ ਨਹੀਂ ਵੀ ਉਹ ਇੱਕ ਕਿਸਮ ਦਾ ਮੇਲਾ ਹੀ ਹੋਵੇ। ਇਹਦੇ ਨਾਲ ਹੀ ਆਪਣਾ ਜਿਹੜਾ ਚੌਹਾਨ ਸਾਹਿਬ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਵੀ ਉਹ ਗੱਲਾਂ ਸੈਮੀਨਾਰਾਂ ਤੱਕ ਤੇ ਗੱਲਾਂ ਕਰਨ ਤੱਕ ਨਹੀਂ ਰਹਿ ਜਾਵੇ, ਉਹਨਾਂ ਨੂੰ ਅਸੀਂ ਆਪਣੇ ਵਰਤਾਵ ਵਿੱਚ ਵੀ ਅਡਾਪਟ ਕਰੀਏ। ਜਦ ਤੱਕ ਤੁਸੀਂ ਅਮਲ 'ਚ ਨਹੀਂ ਲਿਆਉਂਦੇ, ਹਾਂ, ਫਿਰ ਉਹ ਏਦਾਂ ਹੈਗੀ ਆ ਵੀ ਦੇਖੋ ਜਿਹੜੀ ਵੀ ਕੋਈ ਬੁਰਾਈ ਵਿੱਚ ਆ ਜਾਂਦੀ ਹੈ। ਹੁਣ ਦੇਖੋ ਬੱਚਿਆਂ ਬਾਰੇ ਆ, ਜੇ ਬੱਚਿਆਂ ਦੇ ਬਾਰੇ ਉਹਨਾਂ ਤੇ ਕੋਈ ਜ਼ੁਲਮ ਹੁੰਦਾ, ਅਗਰ ਉਹਨਾਂ ਦੇ ਬਾਰੇ ਕੋਈ ਸਖਤ ਕਾਨੂੰਨ ਨਹੀਂ ਬਣਾਇਆ ਜਾਂਦਾ, ਫਿਰ ਤਾਂ ਉੱਦਾਂ ਹੀ ਰਹਿਣਾ। ਬਿਲਕੁਲ ਬਿਲਕੁਲ। ਫਿਰ ਜਿਹੜੀ ਅਨਪੜ੍ਹਤਾ ਨੂੰ ਕਿੱਦਾਂ ਦੂਰ ਕਰਨਾ। ਹਾਂਜੀ ਹਾਂਜੀ। ਔਰ ਵੱਡੀ ਤਾਂ ਗੱਲ ਹੈਗੀ ਆ ਵਿਗਿਆਨਿਕ ਸੋਚ ਕਿੱਦਾਂ ਵਧਣੀ ਹੈ। ਐਬਸੋਲੂਟਲੀ। ਕਿਉਂਕਿ ਜੇ ਬੱਚੇ ਜਿਹੜੇ ਮਾਪੇ ਆਪਣੇ ਪਰਿਵਾਰ ਦੇ ਵਿੱਚੋਂ ਹੀ ਬੱਚਿਆਂ ਨੂੰ ਅੰਧ ਵਿਸ਼ਵਾਸ ਤੋਂ ਦੂਰ ਰੱਖਣ ਤਾਂ ਉਹ ਬੱਚੇ ਜ਼ਰੂਰ ਤਰੱਕੀ ਕਰਨਗੇ। ਥੈਂਕ ਯੂ ਜੀ। ਪਰ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਏਦਾਂ ਦੀਆਂ ਗੱਲਾਂ ਸਿਖਾ ਦਿੰਦੇ ਜਿੱਦਾਂ ਨਾ ਵੀ ਕੋਰੀ ਸਲੇਟ ਹੁੰਦੀ ਹੈ, ਉਹ ਮਨ ਤੋਂ ਜਾਂਦੀਆਂ ਨਹੀਂ। ਇਸ ਕਰਕੇ ਬਹੁਤ ਜ਼ਰੂਰੀ ਆ ਵੀ ਕੋਈ ਵੀ ਅੰਤਰਰਾਸ਼ਟਰੀ ਜਿਹੜਾ ਦਿਹਾੜਾ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਮਨਾਉਣਾ ਚਾਹੀਦਾ ਔਰ ਉਹ ਤੋਂ ਗਿਆਨ ਹਾਸਲ ਕਰਨਾ ਚਾਹੀਦਾ। ਬਿਲਕੁਲ ਬਿਲਕੁਲ। ਇੰਨਾ ਹੀ ਕਹਿੰਦਾ ਹੈ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਇਹ ਤਾਂ ਸੀ ਜੀ ਮੇਰੇ ਵੱਡੇ ਵੀਰ ਫਕੀਰ ਚੰਦ ਚੌਹਾਨ ਹੋਣੀ, ਜਿਨ੍ਹਾਂ ਨੇ ਆਪਣੇ ਵਿਚਾਰ ਆਪਣੇ ਨਾਲ ਸਾਂਝੇ ਕੀਤੇ। ਗੱਲ ਬਿਲਕੁਲ ਠੀਕ ਹੈ। ਸਾਨੂੰ ਇਹੋ ਜਿਹਾ ਅੰਤਰਰਾਸ਼ਟਰੀ ਸਾਲ ਜਨਮ ਦਿਨ ਮਹਾਨ ਪੁਰਸ਼ਾਂ ਦੇ ਜ਼ਰੂਰ ਮਨਾਉਂਦੇ ਰਹਿਣਾ ਚਾਹੀਦਾ, ਅਤੇ ਜਿਹੜੀਆਂ ਸਿੱਖਿਆਵਾਂ ਉਹਨਾਂ ਨੇ ਸਾਨੂੰ ਦਿੱਤੀਆਂ ਹੁੰਦੀਆਂ ਹੈਗੀਆਂ ਉਹਨਾਂ ਨੂੰ ਅਸੀਂ ਅਮਲ ਵਿੱਚ ਲੈ ਕੇ ਆਈਏ, ਤਾਂ ਕਿ ਜਿਹੜਾ ਹੈਗਾ ਉਹਨਾਂ ਦੀ ਸੋਚ ਨੂੰ ਅਸੀਂ ਅੱਗੇ ਵਧਾ ਸਕੀਏ ਅਤੇ ਇੱਕ ਯਾਨੀ ਕਿ ਨਰੋਇਆ ਸਮਾਜ ਜਿਹੜਾ ਹੈਗਾ ਉਹਦੀ ਸਿਰਜਣਾ ਕਰ ਸਕੀਏ। ਇਹ ਮੈਂ ਸਮਝਦਾ ਲਈ ਬਹੁਤ ਜ਼ਰੂਰੀ ਹੈ। ਨਾ ਕਿ ਸਿਰਫ ਜੇ ਅਸੀਂ ਕੋਈ ਆਪਣਾ ਫੈਸਟੀਵਲ ਵੀ ਮਨਾਉਂਦੇ ਹਾਂ, ਚਾਹੇ ਵਿਸਾਖੀ ਦੀ ਗੱਲ ਹੈ, ਚਾਹੇ ਦੀਵਾਲੀ ਦੀ ਗੱਲ ਹੈ, ਚਾਹੇ ਯਾਨੀ ਕਿ ਲੋਹੜੀ ਦੀ ਗੱਲ ਹੈਗੀ ਹੈ, ਜਿਹੜਾ ਅਸਲੀ ਥੀਮ ਹੈ, ਜੇ ਅਸੀਂ ਉਸ ਮਕਸਦ ਤੋਂ ਭੁੱਲ ਜਾਂਦੇ ਤਾਂ ਫਿਰ ਉਹਦਾ ਮਕਸਦ ਕੋਈ ਨਹੀਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਜੀ, ਡਾਕਟਰ ਸਾਹਿਬ ਬਲਵੀਰ ਬੋਲਦੇ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਕਹਿਣਾ ਤਾਂ ਹੈ, ਥੋੜੀ ਬਹੁਤੀ ਗੱਲ ਤਾਂ ਤੁਹਾਡੇ ਨਾਲ ਕਰਾਂਗੇ। ਹਾਂਜੀ। ਗੱਲ ਇਹ ਵੀ ਤੁਹਾਡਾ ਵਿਸ਼ਾ ਬਹੁਤ ਵਧੀਆ ਆ। ਥੈਂਕ ਯੂ ਜੀ, ਥੈਂਕ ਯੂ। ਔਰ ਹਮੇਸ਼ਾ ਵਧੀਆ ਹੁੰਦੇ ਆ। ਇਸ ਗੱਲ ਤੁਹਾਨੂੰ ਸ਼ਾਬਾਸ਼ੇ ਵੀ ਦਿੰਦੇ, ਨਵੀਆਂ ਨਵੀਆਂ ਗੱਲਾਂ ਤੁਸੀਂ ਜਿਹੜੀਆਂ ਆਪਣੇ ਸਮਾਜ ਦੇ ਵਿੱਚ ਪਹੁੰਚਾਉਂਦੇ ਹੈਗੇ। ਥੈਂਕ ਯੂ ਜੀ, ਥੈਂਕ ਯੂ। ਲੋੜ ਹੈਗੀ ਇਹਨਾਂ ਗੱਲਾਂ ਦੀ, ਕਿਉਂਕਿ ਅਸੀਂ ਬਹੁਤ ਟ੍ਰੈਡੀਸ਼ਨਲ ਜਿਹੇ ਹੈਗੇ ਆ ਵੀ ਉਹੀ ਜਿਹੜੀਆਂ ਪੁਰਾਣੀਆਂ ਗੱਲਾਂ ਸਾਡੀ ਚੱਲਦੀਆਂ ਉਹ ਤੋਂ ਅਸੀਂ ਬਾਹਰ ਨਹੀਂ ਨਿਕਲਦੇ, ਤਾਂ ਨਵੀਂ ਸੋਚ ਸਾਡੇ ਦਿਮਾਗ ਵਿੱਚ ਆਉਂਦੀ ਨਹੀਂ।
ਜਿੰਨੀਆਂ ਕਿ ਅਸੀਂ ਪੁਰਾਣੀਆਂ ਸਿੱਖੀਆਂ ਗੱਲਾਂ, ਜਿੰਨੇ ਕੁ ਦਿਨ ਬਾਬਿਆਂ ਦੇ ਜਿਹੜੇ ਮਨਾਉਂਦੇ ਨੇ ਉਹੀ ਅਸੀਂ ਮਨਾਈ ਜਾਂਦੇ, ਉਸ ਤੋਂ ਬਾਅਦ ਅਸੀਂ ਕੁਛ ਨਹੀਂ ਕਰਦੇ। ਕਿਉਂਕਿ ਜਦੋਂ ਅਸੀਂ ਇਹਨਾਂ ਮੁਲਕਾਂ ਵਿੱਚ ਦੇਖਦੇ ਹਾਂ ਤਾਂ ਇੱਥੇ ਬਹੁਤ ਸਾਰਾ ਕੁਛ ਹੈਗਾ, ਬੰਦੇ ਦੀ ਸਿਹਤ ਨਾਲ ਹੀ ਬਹੁਤ ਕੁਛ ਹੈਗਾ ਆ। ਐਬਸੋਲੂਟਲੀ। ਔਰ ਅਨੇਕਾਂ ਹੀ ਜਿਹੜੀਆਂ ਬਿਮਾਰੀਆਂ ਹੈਗੀਆਂ ਡਾਕਟਰ ਸਾਹਿਬ, ਉਹਨਾਂ ਦੀ ਅਵੇਅਰਨੈਸ ਕਿੱਥੇ ਹੁੰਦੀ ਆ। ਜਾਣੀ ਇਹ ਕਹਿ ਲਓ ਵੀ ਤੁਸੀਂ ਆਹ ਮੰਥ ਵੀ ਜਿਹੜਾ ਹੈਗਾ ਆ ਬੋਲ ਕੈਂਸਰ ਦਾ ਹੈਗਾ ਆ, ਔਰ ਇਹਨਾਂ ਨੇ ਤਹਈਆ ਕੀਤਾ ਵੀ ਅਸੀਂ 2050 ਤੱਕ ਇਹਨੂੰ ਖਤਮ ਕਰਨ ਦਾ ਸੋਚਦੇ ਤੇ ਨਾ ਹੋਵੇ। ਔਰ ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ, ਜਿਹੜੀ ਮਲਟੀਪਲ ਸਕਲੈਰੋਸਿਸ ਵਗੈਰਾ ਹੈਗੀਆਂ ਜਾਂ ਹੋਰ ਕੋਈ ਹੈਲਥ ਐਂਡ ਸੇਫਟੀ ਕੰਮ ਦੇ ਉੱਤੇ ਹੈਗੀ ਆ। ਪਹਿਲਾਂ ਪਤਾ ਨਹੀਂ ਸੀ ਹੁੰਦਾ, ਬੰਦੇ ਨੂੰ ਜਿੱਦਾਂ ਮਰਜ਼ੀ ਰਗੜੀ ਜਾਂਦੇ ਸੀਗੇ। ਹੁਣ ਥੋੜੀਆਂ ਕੰਡੀਸ਼ਨਾਂ ਹੈਗੀਆਂ ਵੀ ਬੰਦਾ ਥੋੜਾ ਸੌਖਾ ਹੋ ਜਾਂਦਾ ਆ ਕੰਮ ਦੇ ਉੱਤੇ ਜਾ ਕੇ। ਔਰ ਸਾਡੀਆਂ ਜਿਹੜੀਆਂ ਸੋਚਾਂ ਆ ਉਹ ਜਿਹੜੀਆਂ ਉਹਨਾਂ ਵਿੱਚੋਂ ਅਸੀਂ ਨਿਕਲੇ ਨਹੀਂ ਹੈਗਾ, ਔਰ ਨਿਕਲਣ ਦੀ ਲੋੜ ਹੈਗੀ ਆ। ਜੇ ਸਾਡੇ ਕੋਲ ਆਹ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ, ਹੁਣ ਇਸ ਵੇਲੇ ਦੇਖਦੇ ਹਾਂ ਸਿਹਤ ਸੰਬੰਧੀ ਮਸਲਿਆਂ ਉੱਤੇ ਡਾਕਟਰ ਸਾਹਿਬ ਦੇਖਦੇ ਹਾਂ, ਤੇ ਜੇ ਅਸੀਂ ਇਹ ਨਾ ਦੇਖੀਏ ਤਾਂ ਸਾਨੂੰ ਇਹ ਪਤਾ ਨਹੀਂ ਲੱਗਦਾ ਵੀ ਇਹਦੀ ਅਵੇਅਰਨੈਸ ਕਿੰਨੀ ਕਰਾਉਂਦੇ। ਅਸੀਂ ਤਾਂ ਘਰਾਂ 'ਚ ਬੈਠੇ ਰਹਿੰਦੇ ਆ, ਪਰ ਇਹਨਾਂ ਨੇ ਤਾਂ ਵੱਖਰੇ ਵੱਖਰੇ ਰੰਗ ਦੇ ਉਸ ਦਿਨ ਕੱਪੜੇ ਪਾਉਣੇ, ਜਿੱਦਾਂ ਦੀ ਕੋਈ ਬਿਮਾਰੀ ਹੈਗੀ ਉਹਦੇ ਲਈ ਸੈੱਟ ਕੀਤਾ ਰੰਗ ਇਹਨਾਂ ਨੇ ਵੀ ਇਸ ਰੰਗ ਦੇ ਅਸੀਂ ਪਾਉਣੇ ਕੱਪੜੇ। ਜੇ ਕੋਈ ਮਲਟੀਪਲ ਸਕਲੈਰੋਸਿਸ ਦੀ ਕੋਈ ਗੱਲ ਆਉਂਦੀ ਤਾਂ ਉਸ ਦਿਨ ਇਹ ਨੀਲੇ ਕੱਪੜੇ ਪਾ ਲੈਂਦੇ। ਜੇ ਕਿਤੇ ਸਟ੍ਰੋਕ ਦੀ ਕੋਈ ਗੱਲ ਨਹੀਂ ਕਰਨੀ ਤਾਂ ਉਹਦੀ ਅਵੇਅਰਨੈਸ ਹੁੰਦੀ ਹੈ, ਜਦੋਂ ਵੀ ਉਹਦਾ ਹਫ਼ਤਾ ਆਉਂਦਾ, ਜਦੋਂ ਵੀ ਉਹਦੇ ਦਿਨ ਆਉਂਦੇ ਆ, ਉਸ ਵੇਲੇ ਇਹ ਜਾਮਨੀ ਰੰਗ ਦੇ ਕੱਪੜੇ ਪਾ ਲੈਂਦੇ। ਬਿਲਕੁਲ ਪਰਪਲ ਰੰਗ ਦੇ ਜਿਹਨੂੰ ਕਹਿੰਦੇ ਹਨ। ਔਰ ਇਹ ਤੋਂ ਇਹਨੀ ਉਹ ਸਾਇਨ ਇੱਕ ਤਰ੍ਹਾਂ ਦਾ ਕੀਤਾ ਵੀ ਜਾਣੇ ਲੋਕਾਂ ਨੂੰ ਪਤਾ ਲੱਗੇ, ਸੌਖਾ ਪਤਾ ਲੱਗੇ ਲਵੇ ਇਹਨੀ ਕਿਉਂ ਪਾਏ ਹੈਗੇ, ਤੇ ਦਿਮਾਗ ਵਿੱਚ ਛੇਤੀ ਜਾਵੇ ਤੁਹਾਡੇ ਗੱਲ, ਹਾਂ ਵੀ ਇਹ ਬਿਮਾਰੀ ਏਦਾਂ ਦੀ ਹੈਗੀ ਆ ਔਰ ਇਹਦੇ ਲਈ ਹੱਲ ਹੈਗੇ ਆ, ਔਰ ਤੁਹਾਨੂੰ ਇਹਦੇ ਲਈ ਮਦਦ ਵੀ ਮਿਲ ਸਕਦੀ ਆ। ਬਹੁਤ ਤਰ੍ਹਾਂ ਦੀ ਮਦਦ ਮਿਲ ਸਕਦੀ ਹੈ, ਤੁਹਾਨੂੰ ਨਰਸਾਂ ਜਾਂ ਡਾਕਟਰ ਸਾਰਾ ਕੁਝ ਦੱਸਦੇ ਹੈਗੇ। ਸੋ ਇਹ ਜਿਹੜੀਆਂ ਸਾਨੂੰ ਜਿਹੜੇ ਸਾਡੇ ਤਾਂ ਆਪਣੇ ਦਿਨ ਹੈਗੇ ਹੀ ਆ, ਉਹ ਚੰਗੀ ਗੱਲ ਆ, ਜੋ ਵੀ ਸਾਡੇ ਮਹਾਂਪੁਰਸ਼ਾਂ ਨੇ ਕੀਤਾ ਉਸ ਕਰਦੇ ਹੀ ਆ, ਸਾਰਾ ਕੁਛ ਹੈਗਾ। ਪਰ ਅਸੀਂ ਨਵੀਂ ਧਰਤੀ ਕੋ ਪਾਈਏ ਵੀ ਜਿਹੜੀਆਂ ਨਵੀਆਂ ਗੱਲਾਂ ਸਾਨੂੰ ਤੰਗ ਕਰਦੀਆਂ ਉਹਨਾਂ ਵੱਲ ਵੀ ਅਸੀਂ ਜਾਈਏ, ਉਹ ਲੋਕਾਂ ਨੂੰ ਦੱਸੀਏ, ਸਾਡੇ ਭੈਣਾਂ ਭਰਾਵਾਂ ਨੂੰ ਵੀ ਪਤਾ ਲੱਗੇ। ਉਹ ਵੀ ਜੇ ਕਿਤੇ ਇਦਾਂ ਦੇ ਕੜਿੱਕੀ ਵਿੱਚ ਫਸੇ ਹੋ ਹੈਗੇ ਆ ਤਾਂ ਜੇ ਉਹਨਾਂ ਨੂੰ ਪਤਾ ਲੱਗੇਗਾ ਉਹ ਵੀ ਕਿਤੇ ਨਿਕਲ ਸਕਦੇ ਉਹਨਾਂ ਗੱਲਾਂ। ਬਿਲਕੁਲ। ਜੇ ਅਸੀਂ ਨਹੀਂ ਕਰਾਂਗੇ ਤਾਂ ਉਹੀ ਬਸ ਜੇ ਮੋਮਬੱਤੀਆਂ ਜਗਾਈ ਜਾਵਾਂਗੇ, ਉਹੀ ਕੰਮ ਕਰੀ ਜਾਵਾਂਗੇ, ਉਸ ਤੋਂ ਨਿਕਲਣਾ ਉਹ ਤਾਂ ਤੁਹਾਨੂੰ ਵੀ ਪਤਾ ਹੀ ਆ। ਠੀਕ ਹੈ ਜੀ, ਤੁਸੀਂ ਤਾਂ ਸਾਡੇ ਨਾਲ ਵੱਧ ਜਾਣਦੇ ਆ। ਹਾਂਜੀ, ਥੈਂਕ ਯੂ ਤੇ ਥੈਂਕ ਯੂ ਤੁਹਾਡਾ ਇੱਦਾਂ ਦੀ ਅਵੇਅਰਨੈਸ ਦੇਣ ਦਾ। ਔਰ ਇਹ ਤੋਂ ਪਤਾ ਲੱਗਦਾ ਕਿ ਤੁਸੀਂ ਬਹੁਤ ਸਾਰੀ ਰਿਸਰਚ ਕਰਕੇ, ਕਿਤਾਬਾਂ ਦੇ ਉੱਤੇ ਕਾਫੀ ਕੁਛ ਪੜ੍ਹ ਕੇ ਕਿੰਨਾ ਕੁਛ ਤੁਸੀਂ ਇਕੱਠਾ ਕਰਕੇ ਸਾਨੂੰ ਉਹ ਥੋੜ੍ਹੀਆਂ ਲਾਈਨਾਂ ਦੇ ਵਿੱਚ ਦੱਸਦੇ ਹੈਗੇ ਆ, ਜਿਹੜਾ ਕਿ ਸਾਡੇ ਦਿਮਾਗ ਦੇ ਵਿੱਚ ਪੈ ਜਾਵੇ ਕੋਈ ਗੱਲ। ਥੈਂਕ ਯੂ, ਤੁਹਾਡਾ ਬਹੁਤ ਸਾਰਾ ਬਹੁਤ ਮਿਹਰਬਾਨੀ ਮੇਰੇ ਵੀਰ ਅਵੇਅਰਨੈਸ ਦੇਣ ਦਾ। ਓਕੇ ਜੀ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਬਲਵੀਰ ਰਾਏ ਹੋਣੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਮਕਸਦ ਮੈਂ ਸਮਝਦਾ ਵੀ, ਯਾਨੀ ਕਿਹੜਾ ਮੇਨ ਥੀਮ ਹੁੰਦਾ ਹੈਗਾ ਕਿਸੇ ਮਹਾਂਪੁਰਸ਼ ਦਾ ਜਨਮ ਅਸੀਂ ਮਨਾਉਂਦੇ ਹਾਂ, ਜਾਂ ਕਿ ਸਾਡੀ ਕੋਈ ਫੈਸਟੀਵਲ ਦੀ ਸੈਲੀਬ੍ਰੇਸ਼ਨ ਹੈਗੀ ਆ, ਉਹਦਾ ਅਸਲ 'ਚ ਮਤਲਬ ਕੀ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਜੀ, ਮੈਂ ਮੁਹੰਮਦ ਬੋਲ ਰਿਹਾ। ਮੁਹੰਮਦ ਸਾਹਿਬ, ਕੀ ਕਹਿਣਾ ਚਾਹੋਗੇ? ਤੁਹਾਡਾ ਟੌਪਿਕ ਸੁਣ ਕੇ ਮੈਨੂੰ ਇੱਕ ਸਾਈਕੈਟ੍ਰਿਕ ਟਰਮ ਯਾਦ ਆ ਗਈ ਹੈ, ਮੈਟਰਨਲ ਡੈਪਰੀਵੇਸ਼ਨ। ਹਾਂਜੀ। ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਹਦੀ ਮਾਂ ਨਾਲ ਜ਼ਿਆਦਾ ਐਸੋਸੀਏਸ਼ਨ ਹੁੰਦੀ ਹੈ, ਮਾਂ ਹੀ ਉਹਨੂੰ ਮਤਲਬ ਵੱਡਾ ਕਰਦੀ ਹੈ, ਬਾਪ ਵੱਲ ਬਾਪ ਤੇ ਜ਼ਿਆਦਾ ਧਿਆਨ ਨਹੀਂ ਦਿੰਦੇ, ਤੇ ਜਿਨ੍ਹਾਂ ਨੂੰ ਮਾਂ ਦੀ ਸ਼ਫਕਤ ਜ਼ਿਆਦਾ ਨਾ ਮਿਲੇ ਤੇ ਉਹ ਫਿਰ ਅਨਸੋਸ਼ਲ ਬਿਹੇਵੀਅਰ ਜਾਂ ਡਿਲਿੰਕੁਐਂਟ ਬਿਹੇਵੀਅਰ ਹੀ ਕਹਿੰਦੇ ਨੇ। ਇਹ ਬੜਾ ਮਤਲਬ ਇਹ ਡਿਬੇਟੇਬਲ ਟੌਪਿਕ ਹੈ, ਲੇਕਿਨ ਜਿਸ ਤਰ੍ਹਾਂ ਕਹਿੰਦੇ ਨੇ ਕਿ ਮਾਂ ਦਾ ਹੱਕ ਬਾਪ ਤੋਂ 3 ਗੁਣਾ ਹੈ, ਤੇ ਇਹ ਵੀ ਕਹਿੰਦੇ ਨੇ ਕਿ ਅਗਰ ਇੱਕ ਮਰਦ ਨੂੰ ਤਾਲੀਮ ਦੇ ਕੇ ਤੁਸੀਂ ਸਿਰਫ ਇੱਕ ਮਰਦ ਨੂੰ ਤਾਲੀਮ ਦਿੰਦੇ ਹੋ, ਜਦੋਂ ਇੱਕ ਔਰਤ ਨੂੰ ਤਾਲੀਮ ਦੇ ਕੇ ਪੂਰੇ ਕੁੰਬੇ ਨੂੰ ਤਾਲੀਮ ਯਾਫਤਾ ਕਰਦੇ ਹੋ। ਬਿਲਕੁਲ। ਤੇ ਉਹ ਮਦਰ ਤੇ ਵੀ ਰਿਸਪਾਂਸਿਬਿਲਿਟੀ ਹੁੰਦੀ ਹੈ ਕਿ ਉਹ ਬੱਚਿਆਂ ਨੂੰ ਮਤਲਬ ਸਹੀ ਤਰਬੀਅਤ ਦੇਣ ਤਾਂ ਕਿ ਵੱਡੇ ਹੋ ਕੇ ਅੱਛੇ ਇਨਸਾਨ ਬਣ ਸਕਣ, ਕਿਉਂਕਿ ਬਾਪ ਅਕਸਰ ਇਤਨੇ ਔਲਾਦ ਦੇ ਨਜ਼ਦੀਕ ਨਹੀਂ ਹੁੰਦੇ ਜਿੰਨੀ ਮਾਂ ਹੁੰਦੀ ਹੈ, ਤੇ ਮਾਂ ਦੀ ਜ਼ਿੰਮੇਵਾਰੀ ਜਿਹੜੀ ਉਹ ਜ਼ਿਆਦਾ ਹੁੰਦੀ ਹੈ। ਥੈਂਕ ਯੂ ਜੀ ਮੁਹੰਮਦ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਡਾਕਟਰ ਮੁਹੰਮਦ ਹੋਣੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਤੁਸੀਂ ਵੀ ਕਾਲ ਕਰ ਸਕਦੇ ਹੈਗੇ 0300 7702246। ਬਰਤਾਨੀਆ ਦਾ ਨੰਬਰ ਹੈਗਾ, UK ਦਾ ਨੰਬਰ ਹੈਗਾ। ਜੇ ਤੁਸੀਂ UK ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਤਾਂ ਫਿਰ ਤੁਹਾਨੂੰ 0044 ਨੰਬਰ ਪਹਿਲਾਂ ਲਾਉਣਾ ਪਊਗਾ, ਫਿਰ 300 7702246। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਹਰੀਸ਼ ਜੀ, ਸਚਦੇਵ ਜੀ, ਕੀ ਕਹਿਣਾ ਚਾਹੋਗੇ? ਜਿਹੜੇ ਆਪਾਂ ਇੰਟਰਨੈਸ਼ਨਲ ਡੇ ਮਨਾਉਂਦੇ ਆ, ਇਹਨਾਂ ਦਾ ਕੀ ਮਕਸਦ ਕੀ ਹੈ? ਸਾਥੀਓ, ਇੰਟਰਨੈਸ਼ਨਲ ਡੇ ਜਿਹੜਾ ਮਨਾਉਂਦੇ ਆ ਇਹਦੀ ਬਹੁਤ ਅਹਿਮੀਅਤ ਆ, ਮਤਲਬ ਪਰ ਮੈਂ ਇਹਨੂੰ ਇੱਦਾਂ ਸਮਝਦਾ ਸਾਥੀਓ ਵੀ
ਅਹਿਮੀਅਤ ਇਹਦੀ ਤਾਂ ਹੀ ਆ ਜੇ ਅਸੀਂ ਜਾਂ ਸਾਡਾ ਸਮਾਜ ਵੀ ਸਮੇਂ ਦੇ ਹਾਣ ਦਾ ਹੋਵੇ। ਬਿਲਕੁਲ ਹਨਾ, ਸਮੇਂ ਦੇ ਹਾਣ ਦਾ ਸਮਾਜ ਕਿਉਂ ਨਹੀਂ ਹੈ? ਸਾਡੇ ਉਹ ਜ਼ਿਆਦਾ ਵੱਡੇ ਚੈਲੰਜਸ ਆ, ਕਿਉਂਕਿ ਆਪਾਂ ਉਹਨਾਂ ਲੋਕਾਂ ਬਾਰੇ ਗੱਲ ਕਰ ਰਹੇ ਹਾਂ ਜਿਹੜੇ ਗੱਲ ਨੂੰ ਸਮਝਦੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਕਿਉਂਕਿ ਜੇ ਅਸੀਂ ਕਿਸੇ ਤੇ ਆਬਜੈਕਸ਼ਨ ਕਰਨਾ ਹੈ ਤਾਂ ਆਪਾਂ ਉਹ ਤੇ ਕਰ ਸਕਦੇ ਹਾਂ ਜਿਨ੍ਹਾਂ ਨੂੰ ਪਤਾ ਆ ਜਾਂ ਜਿਨ੍ਹਾਂ ਕੋਲ ਸਹੂਲਤ ਹੈ ਕਿ ਉਹ ਕਰਦੇ ਆ ਜਾਂ ਨਹੀਂ ਕਰਦੇ, ਉਹਨਾਂ ਤੇ ਸਾਡਾ ਇਹ ਜਿਹੜਾ ਵਿਸ਼ਾ ਬਿਲਕੁਲ ਢੁਕਵਾਂ ਹੈ। ਪਰ ਮੈਂ ਸਮਝਦਾ ਵੀ ਜਿੱਥੇ ਆਪਾਂ ਤੁਹਾਨੂੰ ਪਤਾ ਕਿ ਜਿਹੜੀ ਜਿੱਥੋਂ ਆਏ ਹੈਗੇ ਆ ਉਹ ਮਤਲਬ ਸਿਸਟਮ ਜਿਹਦੇ ਵਿੱਚ ਮਤਲਬ ਗਵਰਨਮੈਂਟ ਆਪ ਮੰਨ ਰਹੀ ਹੈ ਵੀ ਜਿਹੜੇ 43% ਬੱਚੇ ਉਹ 1 ਤੋਂ 5 ਸਾਲ ਦੇ ਅੰਡਰਵੇਟ ਹੈ ਡਿਊ ਟੂ ਮਲ ਨਿਊਟ੍ਰੀਸ਼ਨ। ਬਿਲਕੁਲ ਬਿਲਕੁਲ। ਔਰ ਅਸੀਂ ਇਹ ਵੀ ਸਮਝਦੇ ਹਾਂ ਵੀ ਇੱਕ ਮਦਰ ਨੂੰ ਮਤਲਬ ਐਜੂਕੇਟ ਕਰਨਾ ਅਸੀਂ 100 ਬੰਦੇ ਨੂੰ ਐਜੂਕੇਟ ਕਰਦੇ ਹਾਂ ਤੇ ਇੱਕ ਬੰਦੇ ਨੂੰ ਐਜੂਕੇਟ ਕਰਨਾ ਅਸੀਂ ਇੱਕ ਬੰਦੇ ਨੂੰ ਐਜੂਕੇਟ ਕਰਦੇ ਹਾਂ। ਬਿਲਕੁਲ ਟਰੂ ਟਰੂ। ਅਸੀਂ ਮਤਲਬ ਕਿਉਂਕਿ ਮੇਰਾ ਪੁਆਇੰਟ ਹੈ ਮਤਲਬ ਗੱਲ ਨੂੰ ਹੋਰ ਇਨ ਡੈਪਥ ਵਿੱਚ ਜਾਣ ਦਾ ਕਿ ਜਿਹੜਾ ਮਸਲਾ ਆ ਇਦਾਂ ਕਹਿਣ ਨਾਲ ਆਪਾਂ ਇਹਦਾ ਹੱਲ-ਬਲ ਵੱਧ ਸਕਦੇ ਹਾਂ ਵੀ ਸਾਨੂੰ ਇਦਾਂ ਕਰਨਾ ਚਾਹੀਦਾ ਜਾਂ ਸਾਨੂੰ ਉਹਦੇ ਵਿੱਚ ਪ੍ਰੋਬਲਮ ਕਿੱਥੇ ਆ ਉਹ ਪ੍ਰੋਬਲਮ ਨੂੰ ਦੂਰ ਕਰਨ ਲਈ ਅਸੀਂ ਕੀ ਕਰਾਂਗੇ। ਕਿਉਂਕਿ ਮਦਰਸ ਇੱਥੋਂ ਤੱਕ ਤੁਸੀਂ ਸ਼ਾਇਦ ਮੇਰੇ ਨਾਲ ਸਹਿਮਤ ਹੋਵੋ ਕਿ 47 ਤੋਂ ਲੈ ਕੇ ਮੇਰੇ ਖਿਆਲ 53-52% ਤੱਕ ਉਹ ਮਾਵਾਂ ਨੂੰ ਜਣੇਪੇ ਸਮੇਂ ਨਰਸ ਮਿਡਵਾਈਫ ਨਹੀਂ ਮਿਲਦੀ। ਬਿਲਕੁਲ। ਜਿਨ੍ਹਾਂ ਮਾਵਾਂ ਦਾ ਆਪਣਾ ਫਿਊਚਰ ਅਨਸੇਫ ਆ, ਜਿਨ੍ਹਾਂ ਦਾ ਆਪਣਾ ਮਤਲਬ ਫਿਊਚਰ ਉਹਨਾਂ ਨੂੰ ਪਤਾ ਨਹੀਂ ਕੀ ਹੋਣ ਵਾਲਾ ਹੈ ਤੇ ਉਹ ਬੱਚੇ ਦੇ ਫਿਊਚਰ ਨੂੰ ਕਿਵੇਂ ਵਧੀਆ ਬਣਾਉਣਗੇ, ਇਹ ਮੇਰਾ ਸਵਾਲ ਹੈ। ਕਿ ਉਹ ਸਵਾਲ ਜਿਹੜਾ ਆ ਇੰਡੀਆ ਦੀਆਂ ਮਤਲਬ ਕਿੰਨੀਆਂ ਤੁਸੀਂ ਹੁਣ ਆਪਾਂ ਹੋਰ ਜ਼ਿਆਦਾ ਡੀਪ ਨਹੀਂ ਜਾਣਦੇ ਅਮੀਰ ਖਾਨ ਦੇ ਪ੍ਰੋਗਰਾਮ 'ਚ ਕੀ ਹੋਇਆ ਕਿੱਦਾਂ ਹੋਇਆ ਵੀ ਕਿੱਦਾਂ ਉਹਨਾਂ ਨੂੰ ਮਤਲਬ ਜਿਹੜਾ ਔਰਤ ਜਾਤੀ ਤੇ ਮਤਲਬ ਜਿਹੜਾ ਅਤਿਆਚਾਰ ਮਤਲਬ ਹੋ ਰਿਹਾ ਹੈਗਾ ਇਨੇ ਵੇ ਪਹਿਲਾਂ ਤਾਂ ਉਹਨੂੰ ਆਪਾਂ ਮਤਲਬ ਜੰਮਣ ਤੋਂ ਬਾਅਦ ਮਾਰਦੇ ਸੀ ਜਦੋਂ ਇਹ ਨਹੀਂ ਪਤਾ ਕਿ ਮਾਂ ਦੇ ਪੇਟ ਵਿੱਚ ਮਤਲਬ ਬੱਚੀ ਆ ਮਤਲਬ ਫੀਮੇਲ ਹੈ ਜਾਂ ਮੇਲ ਹੈ। ਤੇ ਜਦੋਂ ਸਾਨੂੰ ਪਤਾ ਲੱਗ ਗਿਆ ਤੇ ਹੁਣ ਅਸੀਂ ਮੰਨ ਲਓ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ ਤੇ ਉਹਨੂੰ ਪਹਿਲਾਂ ਮਾਰ ਦਿੰਦੇ। ਔਰ ਤੁਹਾਨੂੰ ਪਤਾ ਕਿ IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਰਿਪੋਰਟ ਜਿਹੜੀ ਆ ਉਹ 5 ਮਿਲੀਅਨ ਤੋਂ ਵੱਧ ਬੱਚੀਆਂ ਹਾਲੇ ਵੀ ਉਹਨਾਂ ਨੂੰ ਮਤਲਬ ਮਾਰਿਆ ਜਾ ਰਿਹਾ ਹੈਗਾ। ਬਿਲਕੁਲ ਬਿਲਕੁਲ। ਅਸੀਂ ਮਤਲਬ ਕਿਸ ਤਰ੍ਹਾਂ ਦੀ ਮਾਵਾਂ ਤੋਂ ਆਪਾਂ ਆਸ ਕਰਦੇ ਪਰ ਮਾਂ ਨੂੰ ਕੀ ਦੇਣਾ ਚਾਹੀਦਾ ਸਾਨੂੰ, ਮਾਂ ਦਾ ਪੋਜੀਸ਼ਨ ਨੂੰ ਸੇਫ ਕਰਨ ਲਈ ਸਾਡਾ ਰੋਲ ਕੀ ਚਾਹੀਦਾ ਹੈ, ਇਹ ਸਾਡੇ ਲਈ ਚੈਲੰਜ ਬਹੁਤ ਵੱਡਾ ਹੈ। ਬਿਲਕੁਲ ਬਿਲਕੁਲ। ਸਦੀ ਵਿੱਚ ਵੀ ਅਸੀਂ ਮਤਲਬ ਕਿਸ ਤਰ੍ਹਾਂ ਦੀ ਮਤਲਬ ਵਿਰਲ ਵਿੰਡ 'ਚ ਘੁੰਮ ਰਹੇ ਹੈਗੇ ਆ। ਇਸ ਤਰ੍ਹਾਂ ਦੀਆਂ ਮਤਲਬ ਕੰਡੀਸ਼ਨ ਵਿੱਚ ਸਾਨੂੰ ਮਤਲਬ ਜਿਹੜੀ ਡਾਕਟਰ ਸੁੰਦਰ ਸ਼ਿਆਮ ਦੀਪਤੀ ਦੀ ਮਾਨਸਿਕ ਰੋਗ ਤੇ ਸਾਡਾ ਸਮਾਜ ਇਹ ਪੜ੍ਹਨ ਦੀ ਲੋੜ ਆ ਸਾਰੇ ਸਾਡੇ ਸਾਥੀਆਂ ਨੂੰ। ਉਹ ਇਸ ਪੁਆਇੰਟ ਤੇ ਆਉਣ ਤੋਂ ਪਹਿਲਾਂ ਬਈ ਮਤਲਬ ਰੀਅਲੀ ਪ੍ਰੋਬਲਮ ਕਿੱਥੇ ਆ। ਅਸੀਂ ਲੋਕ ਦੌੜ ਭੱਜ 'ਚ ਬਹੁਤ ਪਏ ਹੋਏ ਨੇ, ਮਤਲਬ ਇੰਨੀ ਤੇਜ਼ ਦੌੜੇ ਭੱਜੇ ਫਿਰਦੇ ਆ ਵੀ ਜਿਹੜੇ ਨਹੀਂ ਦੌੜ ਭੱਜ ਸਕਦੇ ਉਹ ਡਿੱਗ ਪੈਂਦੇ, ਹਸਪਤਾਲ ਚਲ ਜਾਂਦੇ ਆ। ਹਸਪਤਾਲ ਜਾਂਦੇ ਆ ਤਾਂ ਉਹ ਰਜਿਸਟਰਡ ਪੇਸ਼ੈਂਟ ਹੋ ਜਾਂਦੇ ਆ ਤੇ ਜਿਹੜੇ ਸਾਡੇ ਵਰਗੇ ਸੜਕਾਂ ਤੇ ਤੇਜ਼ ਤੁਰਦੇ ਫਿਰਦੇ ਉਹਨਾਂ ਨੂੰ ਪੁੱਛੋ ਵਾਈ ਆਰ ਯੂ ਸੋ ਫਾਸਟ ਤੇ ਤੁਸੀਂ ਕਿੱਥੇ ਪਹੁੰਚਣਾ ਪਤਾ ਉਹਨਾਂ ਨੂੰ ਵੀ ਨਹੀਂ ਹੈ ਤੇ ਕਿੱਥੇ ਪਹੁੰਚਣਾ ਹੈ। ਮਤਲਬ ਕਹਿਣ ਦਾ ਵੀ ਇੱਕ ਰਜਿਸਟਰਡ ਮਰੀਜ਼ ਹੈ ਇੱਕ ਅਨਰਜਿਸਟਰਡ ਮਰੀਜ਼ ਹੈ ਤੇ ਸਾਨੂੰ ਸਮਾਜ ਨੂੰ ਬੈਲੈਂਸ ਕਰਨ ਦੇ ਲਈ ਇਹ ਸਾਡੇ ਸਾਹਮਣੇ ਬੜੀਆਂ ਚੁਣੌਤੀਆਂ ਹੈਗੀਆਂ ਕਿਉਂਕਿ ਮਾਂ ਦਾ ਰੋਲ ਬਹੁਤ ਵੱਡਾ ਹੈ, ਬੜਾ ਇੰਪੋਰਟੈਂਟ ਹੈ, ਬੜਾ ਗ੍ਰੇਟ ਹੈ। ਔਰ ਵੂਮਨਸ ਜਿਹੜੀ ਇੰਪਾਵਰਿੰਗ ਡੇ ਆ ਸਾਨੂੰ ਇਹਦੀ ਸਪੋਰਟ ਕਰਨੀ ਚਾਹੀਦੀ ਪਰ ਕਿੱਦਾਂ ਕਰੀਏ ਕਿਉਂਕਿ ਜੇ ਅਸੀਂ ਇਹ ਕਹੀਏ ਮਦਰ ਨੂੰ ਆਹ ਕਰਨਾ ਚਾਹੀਦਾ ਉਹ ਉਦੋਂ ਹੀ ਕਰੂ ਜਦੋਂ ਕਰਨ ਦੇ ਸਮਰੱਥ ਹੈ। ਬਿਲਕੁਲ ਬਿਲਕੁਲ। ਜੋ ਕਰਨ ਦੇ ਸਮਰੱਥ ਨਹੀਂ ਤੇ ਉਹ ਤੋਂ ਆਸ ਕਰਨੀ ਵੀ ਮਤਲਬ ਅਸੀਂ ਉਦੋਂ ਉਹਨੂੰ ਕੰਡੀਸ਼ਨ ਦੇਈਏ, ਉਹਨੂੰ ਓਪਰਚੁਨਿਟੀ ਦੇਈਏ, ਉਹਦੇ ਲਈ ਟਾਈਮਿੰਗ ਹੋਵੇ, ਉਹ ਤਾਂ ਹੀ ਕਰੂ ਨਾ ਜੀ। ਬਿਲਕੁਲ। ਮੇਰਾ ਇਹ ਪੁਆਇੰਟ ਹੈ ਮੈਸੇਜ ਮਤਲਬ ਸਾਰਿਆਂ ਸਾਥੀਆਂ ਲਈ ਤੇ ਸਾਰਿਆਂ ਲਈ ਇਹੋ ਹੀ ਹੈ ਕਿ ਵੀ ਅਸੀਂ ਉਹਨਾਂ ਕੰਡੀਸ਼ਨਸ ਜਿਹੜੀਆਂ ਮਤਲਬ ਰੋਕਦੀਆਂ ਆ ਸਾਡੀ ਉਸ ਗੱਲ ਨੂੰ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਉਹਨਾਂ ਨੂੰ ਉਹ ਰਾਹ ਪੱਧਰਾ ਕਰਨਾ ਸਾਡਾ ਚੈਲੰਜ ਹੈ। ਥੈਂਕ ਯੂ ਜੀ ਸਾਥੀਓ। ਥੈਂਕ ਯੂ ਸਚਦੇਵ। ਥੈਂਕ ਯੂ। ਇਹ ਤਾਂ ਸੀ ਮੇਰੇ ਵੀਰ ਸਚਦੇਵ ਵਿਰਦੀ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਤੁਸੀਂ ਵੀ ਟੈਲੀਫੋਨ ਕਾਲ ਕਰਕੇ ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ। ਜਿਹੜਾ ਟੈਲੀਫੋਨ ਸਾਡਾ ਹੈਗਾ 0300 770 2246। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? नमस्कार डॉक्टर साहब। हाँ जी सुमन साहब, की कहना चाहोगे? Yeah, got a lot to say. Thank you. डॉक्टर साहब पहला एक शेर है मेरे दिमाग च आ रहा। हाँ खून दे विच भिजिया खंजर सी। हाँ खून दे विच भिजिया खंजर सी मैनू कह रहा मैं तां बस्ती विच फिरदा बेबसा नूं पालदा। डॉक्टर साहब हाँ जी खून दे विच भिजिया खंजर सी मैनू कह रहा
ਮੈਂ ਤਾਂ ਬਸਤੀ ਵਿੱਚ ਫਿਰਦਾ ਬੇਵਸਾਂ ਨੂੰ ਭਾਲਦਾ। ਇਹ ਜਿਹੜਾ ਖੰਜਰ ਸੀ ਨਾ, ਬਿਲਕੁਲ ਇਹ ਗਰੀਬ ਲੋਕਾਂ ਦੀ ਪ੍ਰੋਟੈਕਸ਼ਨ ਵਾਸਤੇ ਬਣਾਇਆ ਗਿਆ ਸੀ। ਅੱਜ ਇਹ ਗਰੀਬ ਲੋਕਾਂ ਨੂੰ ਭਾਲਦਾ ਕਿ ਕੱਲ ਮੈਂ ਇਹਨਾਂ ਦਾ ਕਤਲ ਕਰਾਂ। ਬਿਲਕੁਲ। ਡਾਕਟਰ ਸਾਹਿਬ ਜਿਹੜਾ ਥੋੜਾ ਸਬਜੈਕਟ ਆ, ਜਿਹੜੇ ਤਾਂ ਕੁਝ ਦਿਨ ਨੇ ਜਿੱਦਾਂ ਵੂਮਨ ਡੇ ਜਾਂ ਚਿਲਡਰਨਸ ਡੇ ਆ, ਇਹ ਗਲੋਬਲ ਡੇਜ਼ ਆ, ਇੰਟਰਨੈਸ਼ਨਲ ਡੇਜ਼ ਆ। ਔਰਤ ਤੁਹਾਨੂੰ ਪਤਾ ਕਿ ਬਹੁਤ ਸਦੀਆਂ ਤੋਂ ਹਰ ਸਿਸਟਮ ਨੇ ਇਹਨੂੰ ਗੁਲਾਮ ਰੱਖਿਆ। ਸਟਰਗਲ ਦੇ ਨਾਲ ਅੱਜ ਉਹ ਪੈਰਾਂ ਤੇ ਖੜੀ ਆ। ਉਸ ਦਿਨ ਨੂੰ ਮਨਾਇਆ ਜਾਂਦਾ ਕਿ ਔਰਤ ਵੀ ਇੱਕ ਫੁੱਲ ਇਨਸਾਨ ਆ, ਉਹਦੇ ਕੋਲ ਵੀ ਪੂਰੇ ਹੱਕ ਹੋਣੇ ਚਾਹੀਦੇ ਆ। ਤੇ ਬੱਚਿਆਂ ਦਾ ਵੀ ਇਸ ਤਰ੍ਹਾਂ ਹੀ ਹੈਗਾ ਕਿ ਦੁਨੀਆ ਵਿੱਚ ਤੁਹਾਨੂੰ ਪਤਾ ਕਿ ਕਿੰਨੇ ਬੱਚੇ ਭੁੱਖੇ ਮਰ ਰਹੇ ਨੇ, ਰਾਤ ਨੂੰ ਸੌਂਦੇ ਨੇ, ਖਾਣਾ ਹੈ ਨਹੀਂ, ਰੋਟੀ ਹੈ ਨਹੀਂ, ਬਿਸਤਰ ਹੈ ਨਹੀਂ, ਮਾਂ ਪਿਓ ਪਤਾ ਨਹੀਂ ਕਿੱਥੇ ਆ। ਪਤਾ ਨਹੀਂ ਕਿੰਨੀ ਕੁ ਦੁਨੀਆ ਵਿੱਚ ਬੱਚੇ ਅੱਜ ਤੜਪ ਰਹੇ ਨੇ। ਉਹਨਾਂ ਨੂੰ ਅਪਲਿਫਟ ਕਰਨ ਵਾਸਤੇ ਇਹ ਦਿਨ ਮਨਾਏ ਜਾਂਦੇ ਆ ਤਾਂ ਕਿ ਗਲੋਬਲੀ ਤੌਰ ਤੇ, ਕਿਉਂਕਿ ਇਹ ਇੱਕ ਮੁਲਕ ਦੀ ਪ੍ਰੋਬਲਮ ਨਹੀਂ, ਇਹ ਸਾਰੀ ਵਰਲਡ ਦੀ ਪ੍ਰੋਬਲਮ ਆ। ਬਿਲਕੁਲ। ਸਾਰੀ ਵਰਲਡ ਨੂੰ ਅਵੇਅਰ ਕਰਨ ਵਾਸਤੇ ਇਹ ਦਿਨ ਮਨਾਏ ਜਾਂਦੇ ਆ ਔਰ ਮਨਾਉਣੇ ਚਾਹੀਦੇ ਵੀ ਆ, ਕਿਉਂਕਿ ਅਵੇਅਰਨੈਸ ਇਹੋ ਜਿਹੀਆਂ ਗੱਲਾਂ ਵਾਸਤੇ, ਕੋਈ ਵੀ ਦੁਨੀਆ 'ਚ ਜ਼ਿਆਦਤੀ ਹੋ ਰਹੀ ਆ, ਜ਼ੁਲਮ ਹੋ ਰਿਹਾ, ਪਾਪ ਹੋ ਰਿਹਾ, ਉਹਨੂੰ ਹਾਈਲਾਈਟ ਕਰਨ ਵਾਸਤੇ ਡਾਕਟਰ ਸਾਹਿਬ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਹਨੂੰ ਹਾਈਲਾਈਟ ਕਰੀਏ ਤਾਂ ਕਿ ਉਹ ਜ਼ਿਆਦਤੀਆਂ, ਉਹ ਜ਼ੁਲਮ, ਜੋ ਕੁਝ ਵੀ ਹੋ ਰਿਹਾ ਉਹ ਬੰਦ ਹੋਣਾ ਚਾਹੀਦਾ। ਬਿਲਕੁਲ। ਬਾਕੀ ਜਿਹੜੇ ਦਿਨ ਤਿਉਹਾਰ ਹੈ ਡਾਕਟਰ ਸਾਹਿਬ, ਮੈਂ ਮਤਲਬ ਕਿਸੇ ਦੇ ਧਾਰਮਿਕ ਦਿਨ ਹੋਣ ਤਾਂ ਉਹਨਾਂ ਨੂੰ ਆਪਣਾ ਪ੍ਰਾਈਵੇਟ ਤਰੀਕੇ ਨਾਲ, ਆਪਣੇ ਲੋਕਲ ਤਰੀਕੇ ਨਾਲ, ਆਪਣੀ ਕਮਿਊਨਿਟੀ ਵਿੱਚ ਜਾਂ ਮਤਲਬ ਉਹਨੂੰ ਦੂਸਰਿਆਂ ਨੂੰ ਉਹਨਾਂ ਦੀ ਸੈਲੀਬ੍ਰੇਸ਼ਨ ਦੇ ਵਿੱਚ ਦੂਸਰਿਆਂ ਦੀ ਜਿਹਨਾਂ ਲੋਕਾਂ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ, ਉਹਨਾਂ ਲੋਕਾਂ ਨੂੰ ਡਿਸਟਰਬ ਕਰਨ ਦਾ ਮੇਰਾ ਕੋਈ ਹੱਕ ਨਹੀਂ ਹੈਗਾ। ਬਿਲਕੁਲ ਐਗਰੀ। ਬਾਕੀ ਤੁਹਾਨੂੰ ਇਸ ਮੁਲਕ ਦਾ ਕਨਸਟੀਟਿਊਸ਼ਨ ਵੀ, ਹਿੰਦੁਸਤਾਨ ਦਾ ਕਨਸਟੀਟਿਊਸ਼ਨ ਵੀ ਤੁਹਾਨੂੰ ਫੁੱਲ ਫ੍ਰੀਡਮ ਦਿੰਦਾ ਕਿ ਤੁਸੀਂ ਆਪਣੇ ਦਿਨ ਤਿਉਹਾਰ ਬੜੀ ਖੁਸ਼ੀ ਨਾਲ ਮਨਾਓ ਔਰ ਮਨਾਉਣੇ ਚਾਹੀਦੇ ਵੀ ਆ, ਕੋਈ ਮਾੜੀ ਗੱਲ ਨਹੀਂ ਹੈਗੀ। ਜੋ ਕੁਛ ਡਾਕਟਰ ਸਾਹਿਬ ਅਸੀਂ ਇੱਥੇ ਮੁਲਕ 'ਚ ਆਏ ਆ, ਜਿਸ ਤਰੀਕੇ ਨਾਲ ਅਸੀਂ ਇਹ ਦਿਨ ਮਨਾ ਰਹੇ ਆ ਨਾ, ਉਹਦਾ ਮੈਨੂੰ ਸਮਝ ਨਹੀਂ ਆ ਰਿਹਾ ਡਾਕਟਰ ਸਾਹਿਬ, ਅਸੀਂ ਕਿਹੜੇ ਪਾਥ ਨੂੰ ਤੁਰੇ ਆ, ਸਾਡਾ ਕਿਹੜਾ ਰਸਤਾ। ਬਿਲਕੁਲ ਬਿਲਕੁਲ। ਕੋਈ ਰਸਤਾ ਹੀ ਨਹੀਂ ਹੈਗਾ। ਇਹ ਤਾਂ ਉਹਨਾਂ ਲੋਕਾਂ ਦੇ ਹੱਥ ਵਿੱਚ ਸਾਡਾ ਸਭ ਕੁਝ ਤੁਰਿਆ ਜਾ ਰਿਹਾ ਜਿਨ੍ਹਾਂ ਨੇ ਨਾ ਤਾਂ ਜਿੱਥੋਂ ਅਸੀਂ ਡਾਕਟਰ ਸਾਹਿਬ ਆਏ ਆ, ਨਾ ਤਾਂ ਉਸ ਮੁਲਕ ਦਾ ਕੋਈ ਛੱਡਿਆ, ਉਸ ਮੁਲਕ ਦਾ ਪੂਰੀ ਤਰ੍ਹਾਂ ਸੱਤਿਆਨਾਸ਼ ਬੇੜਾ ਗਰਕ ਕਰ ਦਿੱਤਾ। ਹਰ ਇੱਕ ਇਨਸਾਨ ਆਪਣੀ ਧਰਤੀ ਨੂੰ ਜਿੱਥੋਂ ਜੰਮਿਆ ਪਲਿਆ, ਜਿਸ ਧਰਤੀ ਦੇ ਉਹਦਾ ਸਰੀਰ ਬਣਿਆ, ਜਿਸ ਪਾਣੀਆਂ ਦਾ ਉਹਨਾਂ ਲਗਾ ਹੁੰਦਾ ਤੇ ਹੁੰਦਾ, ਜਦ ਉਹ ਟੁੱਟਦਾ ਦਿਸਦਾ, ਉਹ ਗਿਰਦਾ ਦੇਖਦਾ, ਉਸ ਨੂੰ ਘੜੀਸਿਆ ਜਦ ਦਿਸਦਾ। ਔਰ ਜਿਹੜੇ ਲੋਕ ਕਰ ਰਹੇ ਨੇ, ਤੁਸੀਂ ਉਹਨੂੰ ਕੁਝ ਕਹਿ ਨਹੀਂ ਸਕਦੇ, ਇੰਨੇ ਉਹਨਾਂ ਦੇ ਦਿਲ 'ਚ ਐਡਾ ਘੁਮੰਡ ਆ ਚੁੱਕਾ, ਐਡਾ ਹੰਕਾਰ ਆ ਚੁੱਕਾ, ਪਰ ਤੁਸੀਂ ਬੇਵਸ ਹੋ ਕੇ ਉਹ ਸਭ ਕੁਝ ਤੁਸੀਂ ਦੇਖਦੇ ਆ, ਸੁਣਦੇ ਆ, ਕੁਝ ਕਰ ਨਹੀਂ ਸਕਦੇ। ਇਹ ਹਾਲਤ ਜਦ ਡਾਕਟਰ ਸਾਹਿਬ ਜਿਹੜਾ ਉੱਪਰਲਾ ਆਦਮੀ ਆ ਉਹ ਹੀ ਏਡਾ ਤਲਵਾਰ ਚੱਕੀ ਫਿਰਦਾ, ਕਮਾਂਡ ਚੱਕੀ ਫਿਰਦਾ, ਉਹ ਕਹਿੰਦਾ ਮੇਰੇ ਵਰਗਾ ਦੁਨੀਆ 'ਚ ਹੋਰ ਕੋਈ ਜੰਮਿਆ ਹੀ ਨਹੀਂਗਾ, ਤੇ ਮੇਰੇ ਵਰਗੇ ਗਰੀਬ ਨੇ ਕਿੱਥੇ ਉੱਥੇ ਰਹਿਣਾ ਹੈਗਾ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਤੁਸੀਂ ਪੜ੍ਹੇ ਲਿਖੇ ਆਦਮੀ ਆ, ਫਰਜ਼ ਕੀਤਾ ਕਿ ਤੁਸੀਂ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਤੁਸੀਂ ਕੋਈ ਗੱਲ ਡਿਸਕਸ ਕਰਨੀ ਹੈ, ਟੇਬਲ ਤੇ ਬੈਠਣਾ। ਡੈਮੋਕ੍ਰੈਟਿਕ ਸਿਸਟਮ ਦੇ ਮੁਤਾਬਕ ਹੈ ਕਿ ਜਿੰਨੇ ਲੋਕ ਟੇਬਲ ਤੇ ਬੈਠੇ ਆ ਕੋਈ ਗੱਲ ਡਿਸਕਸ ਕਰਨ ਵਾਸਤੇ, ਦੇ ਸ਼ੁੱਡ ਬੀ ਆਲ ਟ੍ਰੀਟਡ ਇਕੁਅਲ। ਬਿਲਕੁਲ। ਤਾਂ ਤੁਹਾਡੇ ਪਾਸ ਡਾਕਟਰ ਸਾਹਿਬ ਗਨ ਫੜੀ ਹੋਈ ਆ, 10 ਫੁੱਟੀ ਤਲਵਾਰ ਫੜੀ ਹੋਈ ਆ, ਤਾਂ ਤੇਰੀ ਮੇਰੀ ਬਰਾਬਰਤਾ ਕਿੱਥੇ ਆ? ਇਜ਼ਰਾ ਨਹੀਂ ਦਿਆ। ਸੋ ਡਾਕਟਰ ਸਾਹਿਬ ਮੇਰੇ ਮਤਲਬ ਵਿਸਾਖੀ ਬਣਾਉਣਾ ਠੀਕ ਆ, ਜਦ ਅਸੀਂ ਜੰਮੇ ਪਲੇ ਜਵਾਨ ਹੋਏ, ਤਕੜੇ ਹੋਏ ਆ, ਸਾਡੇ ਮੁਲਕ 'ਚ ਵਿਸਾਖੀ ਮਨਾਈ ਜਾਂਦੀ ਸੀ ਕਿ ਉਸ ਦਿਨ ਜਿਹੜਾ ਕਿਸਾਨ ਹੈ ਉਹਦੀ ਫਸਲ ਪੱਕਦੀ ਆ, ਉਹ ਖੁਸ਼ੀ ਦੇ ਨਾਲ ਝੂਮਦਾ ਫਿਰਦਾ, ਜੱਟ ਦਮਾਮੇ ਆਇਆ, ਮਤਲਬ ਖੁਸ਼ੀ ਨਾਲ ਉਹ ਤੰਬਾ ਲੈ ਕੇ ਤੁਰਿਆ ਫਿਰਦਾ ਕਿ ਮੇਰੀ ਫਸਲ ਪੱਕੀ, ਉਹਨੂੰ ਖੁਸ਼ੀ ਆ, ਠੀਕ ਨੀ? ਉਹ ਜਿਹੜੀ ਖੁਸ਼ੀ ਆ ਉਹ ਤਾਂ ਖਤਮ ਹੀ ਹੋ ਗਈ। ਹਾਂਜੀ ਹਾਂਜੀ। ਰਾਈਟ। ਅਸੀਂ ਤੇ ਮਤਲਬ ਧਾਰਮਿਕ ਖੁਸ਼ੀ ਸਾਡੇ ਦਿਮਾਗ ਦੇ ਵਿੱਚ ਪੈ ਚੁੱਕੀ ਆ, ਸਮਝ ਲੱਗੀ ਨਾ? ਉਹ ਧਾਰਮਿਕ ਵੀ ਪੈ ਜਾ, ਕੋਈ ਹਰਜ ਨਹੀਂ ਹੈਗਾ। ਜਦੋਂ ਵਿਸਾਖੀ ਦਾ ਦਿਨ ਆ ਬਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ, ਬੜੀ ਖੁਸ਼ੀ ਦੀ ਗੱਲ ਹੈ। ਉਹਨਾਂ ਨੇ ਤਾਂ ਕਿਹਾ ਸੀ ਕਿ ਅੱਜ ਤੋਂ ਤੇਰਾ ਕੋਈ ਜਾਤ ਨਹੀਂ ਹੈਗੀ, ਪਰ ਅਸੀਂ ਤਾਂ ਉਹ ਜਾਤਾਂ ਪਾਤਾਂ ਉਦਾਂ ਹੀ ਹੈਗੀਆਂ ਸਾਡੀਆਂ। ਬਿਲਕੁਲ ਬਿਲਕੁਲ। ਉਦੋਂ ਵੀ ਗੂੜੀਆਂ ਹੋ ਗਈਆਂ, ਉਦੋਂ ਵੀ ਗੂੜੀਆਂ ਹੋਈਆਂ ਡਾਕਟਰ ਸਾਹਿਬ। ਤੁਸੀਂ ਦੂਸਰੇ ਮੁਲਕਾਂ, ਤੁਸੀਂ ਕੈਨੇਡਾ ਦੀ ਗੱਲ ਸੁਣ ਲਓ, ਕੈਨੇਡਾ ਦੀ ਗੱਲ ਸੁਣਦੇ ਹੋ ਡਾਕਟਰ ਸਾਹਿਬ, ਉੱਥੇ ਵੀ ਇਹੀ ਕੁਛ ਹੈ। ਤੁਹਾਡੇ ਸਾਹਮਣੇ ਰੋਜ਼ ਤੁਸੀਂ ਵੀਡੀਓ ਸੁਣਦੇ ਆ,
ਕਿਸ ਤਰੀਕੇ ਨਾਲ ਉੱਥੇ ਹੋ ਰਿਹਾ, ਜੋ ਕੁਝ ਹੋ ਰਿਹਾ ਇਹ ਕੌਣ ਕਰ ਰਿਹਾ? ਉਸੇ ਤਰੀਕੇ ਨਾਲ ਜਾਤਾਂ ਪਾਤਾਂ, ਝਗੜੇ, ਫਸਾਦ, ਪਤਾ ਨਹੀਂ ਕੀ ਕੁਝ ਹੋ ਰਿਹਾ। ਤੁਸੀਂ ਨਿਊਜ਼ੀਲੈਂਡ ਚਲ ਜਾਓ, ਇਸ ਮੁਲਕ ਚਲ ਜਾਓ, ਸਾਡੇ ਵਿਸਾਖੀ ਦਾ ਦਿਨ ਸੀ, ਬੜੀ ਖੁਸ਼ੀ ਦੀ ਗੱਲ ਹੈ, ਮੈਂ ਦੇਖਣ ਗਿਆ। ਪਹਿਲਾਂ 5 ਪਿਆਰੇ 5 ਕਿਰਪਾਨਾਂ ਲੈ ਕੇ ਮੂਹਰੇ ਹੁੰਦੇ ਸੀ, ਬੜੀ ਖੁਸ਼ੀ ਦੀ ਗੱਲ। ਹੁਣ 5-7 ਕਿਰਪਾਨਾਂ ਵਾਲੇ ਹੋਰ ਪਿੱਛੇ ਇੱਕ ਹੋਰ ਲਾਈਨ ਲਾ ਕੇ ਪਿਛਲੇ ਪਾਸੇ। ਮੈਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਕਿੱਥੇ ਨੂੰ ਜਾ ਰਹੇ ਹਾਂ। ਸੁਮਨ ਸਾਹਿਬ ਵਾਈਂਡ ਅਪ ਕਰਨ ਦੀ ਕੋਸ਼ਿਸ਼ ਕਰੋ, ਕਾਫੀ ਕਾਲਸ ਵੇਟ ਕਰ ਰਹੀਆਂ। ਓਕੇ ਸਰ, ਡਾਕਟਰ ਸਾਹਿਬ ਮੈਂ ਇੱਥੇ ਸਟਾਪ ਕਰਦਾ ਹੈਗਾ। ਡਾਕਟਰ ਸਾਹਿਬ ਮੈਨੂੰ ਨਹੀਂ ਸਮਝ ਲੱਗਦੀ ਕਿ ਇਹ ਅਸੀਂ ਲੋਕ ਕਿਹੜੀ ਡਾਇਰੈਕਸ਼ਨ ਜਾ ਰਹੇ ਹਾਂ, ਅਸੀਂ ਆਪਣਾ ਰਾਸਤਾ ਭੁੱਲ ਚੁੱਕੇ ਹਾਂ। ਥੈਂਕ ਯੂ ਜੀ, ਥੈਂਕ ਯੂ ਮੇਰੇ ਵੀਰ। ਇਹ ਤਾਂ ਸੀ ਜੀ ਮੇਰੇ ਵੀਰ ਹਰਭਜਨ ਸੁਮਨ ਹੋਣੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕਾਲਸ ਕਾਫੀ ਪਿੱਛੇ ਵੇਟ ਕਰ ਰਹੀਆਂ, ਮੈਂ ਤਾਂ ਆਇਨ ਕਿ ਉਹਨਾਂ ਨੂੰ ਰੋਕ ਲਿਆ ਸੀ। ਤੁਸੀਂ ਜੇ ਟੂ ਦੀ ਪੁਆਇੰਟ ਗੱਲ ਕਰੋ ਤਾਂ ਸਾਡੇ ਤੋਂ ਅਜੇ ਵੀ 9 ਮਿੰਟ ਹੈ ਅਤੇ ਆਪਾਂ ਬਹੁਤ ਸਾਰੀਆਂ ਕਾਲਸ ਜਿਹੜੀਆਂ ਹੈਗੀਆਂ ਉਹ ਲੈ ਸਕਦੇ ਹਾਂ। ਮੈਂ ਚਾਹੁੰਦਾ ਵੀ ਵੱਖਰੇ ਵਿਚਾਰ ਜਿਹੜੇ ਹੈਗੇ ਆ ਉਹਨਾਂ ਨੂੰ ਮੈਂ ਲੈ ਸਕਾਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹਾਂਜੀ ਡਾਕਟਰ ਸਾਹਿਬ, ਜੈ ਗੁਰਦੇਵ। ਜੈ ਗੁਰਦੇਵ ਜੀ। ਡਾਕਟਰ ਸਾਹਿਬ ਮੈਨੂੰ ਤੁਹਾਡੇ ਟੌਪਿਕ ਦਾ ਬਹੁਤਾ ਨਹੀਂ ਪਤਾ, ਮੈਂ ਹੁਣੇ ਲਾਇਆ ਟੈਲੀਵਿਜ਼ਨ। ਇਹ ਆਪਣਾ ਮਿੱਡਾ ਸਾਹਿਬ ਗੱਲ ਕਰ ਰਹੇ ਵੀ ਅਸੀਂ ਇੰਟਰਨੈਸ਼ਨਲ ਡੇ ਮਨਾਉਂਦੇ ਹਾਂ, ਕਦੀ ਵੂਮਨਸ ਦਾ, ਕਦੀ ਬੱਚਿਆਂ ਦਾ, ਜਾਂ ਬਾਬਾ ਸਾਹਿਬ ਦਾ ਵੀ ਅਸੀਂ ਮਨਾਉਂਦੇ ਹਾਂ, ਜਾਂ ਆਪਾਂ ਵਿਸਾਖੀ ਮਨਾਉਂਦੇ ਹਾਂ। ਵੀ ਉਹਦਾ ਕੋਈ ਮਕਸਦ ਹੈ? ਕੀ ਮਕਸਦ, ਪੋਜ਼ਿਟਿਵ ਕੀ ਅਤੇ ਨੈਗੇਟਿਵ ਕੀ ਹੈ? ਠੀਕ ਹੈ। ਹਾਂਜੀ ਹਾਂਜੀ ਕਰੋ ਗੱਲ। ਸੌਰੀ ਤੁਹਾਡੀ ਆਵਾਜ਼ ਨਹੀਂ ਆ ਰਹੀ ਸੀ। ਚਲੋ ਗੱਲ ਇੱਦਾਂ ਆ ਕਿ ਇੱਕ ਦੋ ਸੁਮਨ ਸਾਹਿਬ ਤੇ ਹੋਰ ਜਿਹੜੇ ਇੱਕ ਦੋ ਭਾਈ ਸਾਹਿਬ ਆਏ ਆ, ਉਹਨਾਂ ਦੇ ਮੈਂ ਵਿਚਾਰ ਥੋੜ੍ਹੇ ਜਿਹੇ ਸੁਣੇ ਆ। ਹਾਂ ਹਾਂ, ਇਹ ਜਿਹੜੇ ਇੰਟਰਨੈਸ਼ਨਲ ਡੇ ਮਨਾਉਂਦੇ ਆ, ਇਹ ਚੰਗੀ ਚੀਜ਼ ਆ ਅਵੇਅਰਨੈਸ ਕ੍ਰੀਏਟ ਕਰਨ ਦੇ ਵਿੱਚ। ਪਰ ਗੱਲ ਇੱਦਾਂ ਆ ਕਿ ਇਹਦੇ ਵਾਸਤੇ ਕੋਈ ਗਵਰਨਮੈਂਟ ਵੱਲੋਂ ਫੰਡ ਨਹੀਂ ਰੱਖੇ ਗਏ ਵੀ ਅਸੀਂ ਇਹ ਕੰਮ ਕਿੱਦਾਂ ਉਹਨਾਂ ਨੂੰ ਮਤਲਬ ਇੰਸਟੀਚਿਊਟ ਕਰਨਾ। ਹਾਂ ਹਾਂ, ਇਹ ਏਦਾਂ ਦੀ ਕੋਈ ਗੱਲ ਨਹੀਂ ਹੈ, ਕੋਈ ਪੁਖਤਾ ਚੀਜ਼ ਨਹੀਂ ਹੈ। ਇਹ ਠੀਕ ਹੈ, ਅਵੇਅਰਨੈਸ ਹੈਗੀ ਹੈ ਤੇ ਚੰਗੀ ਗੱਲ ਹੈ, ਅਵੇਅਰਨੈਸ ਹੋਣੀ ਵੀ ਬਹੁਤ ਵਧੀਆ ਚੀਜ਼ ਹੈ। ਹੁਣ ਗੱਲ ਆਪਾਂ ਤਿਉਹਾਰ ਮਨਾਉਂਦੇ ਹਾਂ, ਜਿੱਦਾਂ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ, ਗੁਰੂ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ, ਵਿਸਾਖੀ ਦਾ, ਅਸੀਂ ਬਹੁਤ ਸਾਰੇ ਪ੍ਰੋਗਰਾਮ ਚੱਲ ਰਹੇ ਅੱਜ ਕੱਲ੍ਹ। ਅਸੀਂ ਉਹ ਜਿਹੜੇ ਲੋਕਾਂ ਦੀ ਜੀਵਨੀਆਂ ਦੇ ਬਾਰੇ ਉਹਨੇ ਤਾਰੀਫਾਂ ਹੀ ਕਰਦੇ ਹਾਂ, ਹੋਰ ਅਸੀਂ ਕੁਛ ਨਹੀਂ ਕਰਦੇ। ਇਹ ਤਾਂ ਮਿੱਡਾ ਸਾਹਿਬ ਆਪਾਂ ਹਾਕਾਂ ਮਾਰਦੇ ਹਾਂ, ਬਾਬਾ ਆ ਜਾ ਮੈਨੂੰ ਮੇਰਾ ਬੇੜਾ ਪੈਰ ਕਰ ਜਾ, ਆਪ ਨਹੀਂ ਕੁਛ ਵੀ ਕਰਨਾ ਚਾਹੁੰਦੇ। ਐਗਜ਼ੈਕਟਲੀ ਇਹੀ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਬੰਦਾ ਜਿਹਦੀ ਪ੍ਰੋਬਲਮ ਹੈ, ਜਿਸ ਬੰਦੇ ਦੀ ਪ੍ਰੋਬਲਮ ਹੈ, ਉਹ ਬੰਦਾ ਆਪ ਕਿੰਨਾ ਪਾਵਰਫੁਲ ਆਪਣੇ ਆਪ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿੰਨਾ ਚਿਰ ਜਿਨ੍ਹਾਂ ਦੀ ਪ੍ਰੋਬਲਮ ਆ ਉਹ ਇਹ ਮਹਿਸੂਸ ਨਹੀਂ ਕਰਦੇ ਸਾਡੀ ਪ੍ਰੋਬਲਮ, ਤਾਂ ਅਸੀਂ ਕੀ ਕਰੀਏ ਇਹਨੂੰ ਵਧੀਆ ਬਣਾਉਣ ਨੂੰ, ਇਹਨੂੰ ਰੂਲ ਕਰਨ ਨੂੰ, ਉਹਨਾਂ ਚ ਜਿਹੜੇ ਜੋ ਵੀ ਤਿਉਹਾਰ ਮਨਾਉਣੇ ਆ ਉਹਦਾ ਕੋਈ ਫਾਇਦਾ ਨਹੀਂ। ਐਬਸੋਲੂਟਲੀ। ਮੈਂ ਇੱਕ ਤਾਂ ਜਗ੍ਹਾ ਗਿਆ, ਇੰਡੀਆ ਹਾਊਸ ਵੀ ਗਿਆ ਸੀ, ਡਾਕਟਰ ਅੰਬੇਦਕਰ ਦਾ ਜਨਮ ਦਿਨ ਮਨਾਇਆ ਉਹਨਾਂ ਨੇ, ਉੱਥੇ ਵੀ ਗੱਲਾਂ ਸੁਣੀਆਂ, ਬੜੀਆਂ ਹੀਟਡ ਆਰਗੂਮੈਂਟਸ ਦਿੱਤੀਆਂ ਉਹਨਾਂ ਨੇ। ਇਸ ਤਰ੍ਹਾਂ ਹੋਰ ਵੀ ਮੈਂ ਗਿਆ, ਜਿੰਨੇ ਵੀ ਡਾਕਟਰ ਅੰਬੇਦਕਰ ਦੇ ਪੈਰੋਕਾਰ ਹੈ ਉਹ ਉਹਨਾਂ ਦੀ ਅਚੀਵਮੈਂਟਸ ਹੀ ਗਿਣਾਉਂਦੇ ਆ, ਲੇਕਿਨ ਉਹਨਾਂ ਨੇ ਜੋ ਡਾਕਟਰ ਸਾਹਿਬ ਦੀ ਜਿਹੜੀ ਨਿਚੋੜ ਹੈ ਫਿਲਾਸਫੀ ਦਾ, ਉਹਦੇ ਬਾਰੇ ਕੁਝ ਨਹੀਂ ਕੀਤਾ। ਬਿਲਕੁਲ, ਮੇਰਾ ਇਹੀ ਮਕਸਦ ਸੀਗਾ ਅੱਜ ਇਹ ਜਿਹੜਾ ਪ੍ਰੋਗਰਾਮ ਵੀ ਲੈ ਕੇ ਆਇਆ, ਇਸੇ ਕਰਕੇ। ਜਿੰਨੇ ਤੱਕ ਅਸੀਂ ਉਸ ਚੀਜ਼ ਨੂੰ ਇੰਸਟੀਚਿਊਟ ਨਹੀਂ ਕਰਦੇ, ਉਸ ਚੀਜ਼ ਨੂੰ ਅਮਲੀ ਜਾਮਾ ਨਹੀਂ ਪਹਿਨਾਉਂਦੇ, ਬਿਲਕੁਲ ਬਿਲਕੁਲ ਉਹਨੇ ਚ ਕਰੋ ਗੱਲ ਹੋਣ ਵਾਲੀ ਨਹੀਂ। ਐਬਸੋਲੂਟਲੀ ਐਬਸੋਲੂਟਲੀ। ਹੁਣ ਦੇਖੋ ਨਾ, ਮੈਂ ਕਈ ਵਾਰੀ ਇੱਥੇ ਟੈਲੀਵਿਜ਼ਨ ਤੇ ਕਾਂਸ਼ੀ ਟੀਵੀ ਤੇ ਬੋਲ ਚੁੱਕਾ ਕਿ ਲੜਕੀਆਂ ਨੂੰ ਰੱਜ ਕੇ ਪੜਾਓ। ਐਬਸੋਲੂਟਲੀ। ਉਹਨਾਂ ਦੀ ਸਿਹਤ ਦਾ ਖਿਆਲ ਰੱਖੋ। ਜੇ ਲੜਕੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ ਔਰ ਉਹਨਾਂ ਨੂੰ ਬਜਟਿੰਗ ਸਿਖਾਓ। ਹਾਂ ਬਿਲਕੁਲ ਬਿਲਕੁਲ, ਕਿਉਂਕਿ ਜੇ ਬਜਟਿੰਗ ਨਹੀਂ ਸਿਖਾਉਂਦੇ ਉਹਨਾਂ ਨੂੰ ਪਤਾ ਲੱਗਦਾ ਪੈਸਾ ਆਉਂਦਾ ਤੇ ਕਿੱਥੇ ਜਾਂਦਾ। ਇਦਾਂ ਹੀ ਇਦਾਂ ਤੇ ਉਹ ਪੈਸੇ ਦੀ ਵੰਡ ਜਿਹੜੀ ਆ ਕਹਾਣੀ ਹੋ ਜਾਂਦੀ ਹੈ। ਉਹ ਆਪਣੇ ਬੱਚੇ ਨੂੰ ਉਸ ਤਰੀਕੇ ਨਾਲ ਪਾਲ ਨਹੀਂ ਸਕਦੀਆਂ, ਕਿਉਂਕਿ ਪੈਸੇ ਦੀ ਜਿਹੜੀ ਡਿਸਟ੍ਰੀਬਿਊਸ਼ਨ ਉਹ ਗਲਤ ਹੋ ਜਾਂਦੀ ਹੈ। ਇਹ ਇੱਕ ਔਰਤ ਨੂੰ ਇੰਨਾ ਕਾਮਯਾਬ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਦਿੰਦੀ ਹੈ, ਕਿਉਂਕਿ ਉਹਨੇ ਪਹਿਲੇ ਸਾਲਾਂ 'ਚ ਬੱਚੇ ਦੀ ਪਰਵਰਿਸ਼ ਕਰਨੀ ਹੁੰਦੀ, ਉਹਨੂੰ ਸਿਖਾਉਣਾ ਹੁੰਦਾ। ਮੈਂ ਤੁਹਾਨੂੰ ਇਹ ਗੱਲ ਦੱਸਾਂ, ਮੇਰੀ ਮਾਂ ਅਨਪੜ੍ਹ ਸੀ, ਮੈਨੂੰ ਕੋ ਰੋਜ਼ ਕਹਾਣੀ ਕੀ ਸੁਣਦੀ ਹੁੰਦੀ ਸੀ, ਇੱਕੋ ਹੀ ਕਹਾਣੀ ਸੁਣਦੀ ਸੀ ਉਹ।
बार बार सुनती सी। तो ਉਹਦਾ ਮਤਲਬ ਕੀ ਉਹਨੇ ਮੈਨੂੰ ਪੜ੍ਹਨਾ ਮੈਨੂੰ ਉਹਨੇ ਰੀਡਿੰਗ ਕਰਨਾ ਸਿਖਾਤਾ ਵੀ ਅਜੇ ਤੱਕ ਉਹ ਰੀਡਿੰਗ ਮੇਰੇ ਪਿੱਛਾ ਨਹੀਂ ਛੱਡਦੀ। ਮੈਨੂੰ ਆਉਂਦਾ ਜਾਂ ਨਹੀਂ ਆਉਂਦਾ ਦੂਜੀ ਗੱਲ ਹੈ। ਮੈਂ ਉਹ ਚੋਂ ਇੰਟੈਲੀਜੈਂਸ ਕ੍ਰੀਏਟ ਕੀਤੀ ਨਹੀਂ ਕੀਤੀ, ਨੌਲੇਜ ਲਿਆ ਨਹੀਂ ਲਿਆ, ਉਹ ਦੂਜੀ ਗੱਲ ਹੈ। ਪਰ ਉਹਨੇ ਇੱਕ ਪਰਤ ਪਾ ਦਿੱਤੀ ਕਿ ਤੂੰ ਪੜ੍ਹਨਾ ਜ਼ਰੂਰ ਹੈ। ਅੱਜ ਜਿਹੜੀ ਮਾਂ ਅਨਪੜ੍ਹ ਆ अगर वो पढ़ जाए तो बच्चे ਨੂੰ कितना ऊंचा ਚੱਕ सकती है। एब्सोल्युटली एब्सोल्युटली। और खास तौर पर मैं दो सब्जेक्ट से देखो साढ़े अपने सब्जेक्ट पंजाबी साड़ी मां बोली है, वो साडा फर्ज बनता पढ़ना और अच्छी तरीके ना पढ़ना। भारत की जिहड़ी राष्ट्र भाषा हिंदी है, साडा फर्ज बनता उन्हें पढ़ना। पर अज अगर ग्लोबलाइजेशन का सिस्टम चल रहा है तो सानू किसी दूसरी लैंग्वेज का सहारा भी लेना पड़ेगा, नहीं तो असं ग्लोबलाइजेशन शिक्षा नहीं ले सकते। की करोगे तुसी जद तुहाडे को ਉਹਨਾਂ ਦੀ ਜ਼ੁਬਾਨ ਹੀ ਨਹੀਂ ਆਉਂਦੀ, ਤੁਸੀਂ ਉਹਨਾਂ ਨੂੰ ਆਪਣੀ ਗੱਲ ਹੀ ਨਹੀਂ ਦੱਸ ਸਕਦੇ, ਉਹਨਾਂ ਦੀ ਗੱਲ ਸਮਝ ਨਹੀਂ ਸਕਦੇ, ਤਾਂ ਕੀ ਕਰੋਗੇ? ਸੋ ਕਹਿਣ ਦਾ ਭਾਵ ਹੈ ਕਿ ਜਿਹੜੀ ਐਜੂਕੇਸ਼ਨ ਦਾ ਸਿਸਟਮ ਹੈ ਉਹ ਸਾਨੂੰ ਆਪਣੇ ਢੰਗ ਦੇ ਨਾਲ ਜਿਹੜਾ ਸਾਨੂੰ ਫਾਇਦਾ ਦੇਣ ਵਾਲਾ ਉਹ ਕਰਨਾ ਚਾਹੀਦਾ, ਜਿਹੜਾ 21st ਸੈਂਚਰੀ ਦੇ ਵਿੱਚ ਕੰਮ ਆਉਣ ਵਾਲਾ। ਮੈਂ ਕਿਤਾਬ ਪੜ੍ਹਿਆ ਸੀ ਦ ਮੀਨਿੰਗ ਆਫ 21st ਸੈਂਚਰੀ ਬਾਈ ਜੇਮਸ ਮਾਰਟਨ, ਬਹੁਤ ਹੀ ਬਿਹਤਰੀਨ ਕਿਤਾਬ ਉਸ ਬੰਦੇ ਨੇ ਲਿਖੀ ਹੈ। शायद ऑक्सफोर्ड यूनिवर्सिटी को प्रोफेसर होगा, आई डोंट नो। हाँ जी हाँ जी हाँ जी हाँ जी। और उन्होंने कोई संस्था भी शायद बनाई हुई है। उस बंदे ने हर पहलू से हर प्रॉब्लम से डिस्कशन की है। पर जिन्हें भी मैं बुद्धि जीवन की किताब अपनी जो तुम लिखते हैं उन्होंने एक चीज कही है कि अगर एक प्रोफेसर है फिजिक्स के प्रोफेसर न्यूयॉर्क यूनिवर्सिटी से मशीओ काकू ਉਹਦਾ ਨਾਮ ਹੈ, फिजिसिस्ट है, प्रोफेसर साइंटिस्ट है। और कहता कि मैं ਜਿਹੜੇ दुनिया के 300 बेहतरीन साइंटिस्ट उन्होंने कॉन्टेक्ट रहना, मेरी उन्होंने तल्लकात है, वो मैंने साधते हैं, मैं दिखाते मैं ऐसे की कर रहे हैं। और उस बना उन्हें किताब लिखी, वो लिखता है कि इंटरनेट से अगर लोग ਜਿਹੜੇ ਜਾਂਦੇ ਆ 29% ਜਿਹੜੇ ਇੰਗਲਿਸ਼ ਦੇ ਵਿੱਚ ਜਾਂਦੇ ਆ, ਵਰਲਡ ਪੋਪੂਲੇਸ਼ਨ ਦੇ 29%, ਦੈਟ ਇਜ਼ ਨੀਅਰ ਅਬਾਊਟ 3 ਬਿਲੀਅਨ ਪੀਪਲ। ਤੇ ਜੇ ਅਸੀਂ ਉਹ ਲੈਂਗੁਏਜ ਅਗਰ ਸਾਨੂੰ 3 ਬਿਲੀਅਨ ਪੀਪਲ ਤੱਕ ਪਹੁੰਚਾ ਸਕਦੀ ਹੈ ਤਾਂ ਅਸੀਂ ਉਹਨੂੰ ਕਿਉਂ ਨਹੀਂ ਪੜ੍ਹਦੇ? ਬਿਲਕੁਲ। ਜੇ ਅਸੀਂ ਫਾਈਨੈਂਸ਼ੀਅਲੀ ਵੀਕ ਹਾਂ, ਸਾਨੂੰ ਜੌਬਸ ਨਹੀਂ ਮਿਲ ਰਹੀਆਂ ਤੇ ਸਾਨੂੰ अपॉर्चुनिटी आप क्रिएट करनी पैंदियां, तो ਅਸੀਂ ਕੀ ਕਰੀਏ कि ਅਸੀਂ अपॉर्चुनिटी आप ही क्रिएट कर सके और अपनी जिंदगी ਨੂੰ ਬਿਹਤਰ ਬਣਾ ਸਕੇ? ਉਹਦੇ ਵਾਸਤੇ ਮੈਥਮੈਟਿਕਸ ਦੀ ਬਹੁਤ ਜ਼ਰੂਰਤ ਪੈਂਦੀ ਹੈ। ਸੋ ਦੋ ਸਬਜੈਕਟ ਬੇਸਿਕ ਜਿਹੜੇ ਹੈਗੇ ਆ ਉਹ ਸਾਡੇ ਵਾਸਤੇ ਪੜ੍ਹਨੇ ਬਹੁਤ ਜ਼ਰੂਰੀ ਹੋ ਜਾਂਦੇ ਆ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ। स्पेस चले जाओ, बिना मैथमेटिक्स ਤੁਸੀਂ स्पेस जा नहीं सकते। ਤੁਸੀਂ फिजिक्स और केमिस्ट्री ਜਿਹੜੀ ਆ ਉਹ बिना मैथमेटिक्स इंग्लिश तो जा नहीं सकते। ਤੁਸੀਂ कोई भी चीज मैन्युफैक्चर करनी, मेडिसिन मैक्सिन कर रही है तो केमिस्ट्री पढ़नी पेगी, बायो केमिस्ट्री पढ़नी पेगी, उस मैथमेटिक्स का कम है। सो कहने का भाव है कि ਜਿਹੜੇ ट्रेडिशनल सब्जेक्ट जिस तरह पुराने 19ਵੀਂ सदी चलते सी वो ਅੱਜ ਕੰਮ ਆਉਣ ਵਾਲੇ ਨਹੀਂ। ਐਬਸੋਲੂਟਲੀ। ਕਿਉਂਕਿ ਤੁਹਾਨੂੰ ਉਹ ਇੰਨਾ ਕਾਬਲ ਹੀ ਨਹੀਂ ਬਣਾਉਂਦੇ ਕਿ ਤੁਸੀਂ ਦੂਸਰੇ ਦੇ ਮੁਕਾਬਲੇ ਜਾ ਕੇ ਬਹਿ ਕੇ ਗੱਲ ਕਰ ਸਕੋ, ਉਹਨਾਂ ਦੀ ਸੁਸਾਇਟੀ 'ਚ ਬੈਠ ਕੇ ਉਹਨਾਂ ਦਾ ਕਨਵਰਸ ਕਰ ਸਕੋ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿੰਨਾ ਚਿਰ ਜਿਹੜੇ ਲੋਕ ਜਿਨ੍ਹਾਂ ਦੀ ਪ੍ਰੋਬਲਮ ਆ ਉਹ ਇਹ ਚੀਜ਼ ਨੂੰ ਮਹਿਸੂਸ ਨਹੀਂ ਕਰਦੇ ਕਿ ਅਸੀਂ ਪਿੱਛੇ ਕਿਉਂ ਪਿੱਛੇ ਆ, ਗਰੀਬ ਦਾ ਕਿਉਂ ਗਰੀਬ ਆ, ਅਨਪੜ੍ਹ ਦਾ ਕਿਉਂ ਅਨਪੜ੍ਹ ਮੈਂ, ਤਾਂ ਕੀ ਕਰੀਏ ਕਿ ਤਾਂ ਕਿ ਅਸੀਂ ਆਪਣੀ ਸੋਸਾਇਟੀ 'ਚ ਆਪਣੀ ਇੱਜ਼ਤ ਪਾ ਸਕੀਏ, ਆਪਣੀ ਫੈਮਿਲੀ ਨੂੰ ਅੱਛਾ ਬਣਾ ਸਕੀਏ, ਜਿੰਨ 'ਚ ਕਿ ਅਸੀਂ ਰੈਕੋਗਨਾਈਜ਼ ਨਹੀਂ ਕਰਦੇ। ਇਹ ਸਾਰੀਆਂ ਗੱਲਾਂ ਬੇਮਾਨੀ ਹੈ। ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮੇਰੇ ਵੀਰ ਮਿੱਡਾ ਸਾਹਿਬ ਜਿਹੜਾ ਨੇ ਲੰਡਨ ਤੋਂ ਟੈਲੀਫੋਨ ਕੀਤਾ। ਹੁਣ ਮੇਰੇ ਤੋਂ ਕੋਈ ਟਾਈਮ ਨਹੀਂ ਰਹਿ ਗਿਆ ਹੈਗਾ, ਟਾਈਮ ਨੀਅਰਲੀ ਫਿਨਿਸ਼ ਹੈਗਾ। ਮੈਂ ਸਾਰੇ ਕਾਲਜ ਦਾ ਆਪਣੇ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਪੇਸ਼ਨ ਕੀਤੀ ਆ। ਮੈਨੂੰ ਉਮੀਦ ਹੈ ਕਿ ਤੁਸੀਂ ਅਗਲੇ ਹਫ਼ਤੇ ਫੇਰ ਜਿਹੜਾ ਹੈਗਾ ਪਾਰਟਿਸਪੇਟ ਕਰੋਗੇ। ਅਤੇ ਇਸ ਗੱਲ ਨੂੰ ਬਿਲਕੁਲ ਨਾ ਭੁੱਲੋ ਕਿ 24 ਅਪ੍ਰੈਲ ਨੂੰ ਸੰਡੇ ਨੂੰ 11 ਤੋਂ 3 ਵਜੇ ਬਾਬਾ ਸਾਹਿਬ ਦਾ ਜਨਮ ਦਿਨ ਜਿਹੜਾ ਹੈਗਾ ਉਹ ਇੱਥੇ ਟੈਲੀਵਿਜ਼ਨ ਸੈਂਟਰ ਦੇ ਵਿੱਚ ਜਿਹੜਾ ਹੈਗਾ ਸਟੂਡੀਓ ਵਿੱਚ ਇੱਥੇ ਯਾਨੀ ਕਿਹੜਾ ਹੈਗਾ ਮਨਾਇਆ ਜਾ ਰਿਹਾ। ਅਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਹੈਗਾ, ਆਉਣਾ ਨਾ ਭੁੱਲੋ। ਪ੍ਰੈਜ਼ੈਂਟਰ ਨੂੰ ਮਿਲ ਸਕਦੇ ਹਾਂ, ਬਾਕੀ ਮੈਨੇਜਮੈਂਟ ਕਮੇਟੀ ਨੂੰ ਮਿਲ ਸਕਦੇ, ਬਹੁਤ ਸਾਰੇ ਲੋਕਾਂ ਨੂੰ ਮਿਲੋਗੇ, ਤੁਹਾਡੇ ਨਾਲ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਯੂ ਆਰ ਮੋਸਟ ਵੈਲਕਮ। ਅਗਲੇ ਹਫ਼ਤੇ ਤੁਹਾਡੇ ਲਈ ਮੈਂ ਇੱਕ ਹੋਰ ਕੋਈ ਇਹੋ ਜਿਹਾ ਸਬਜੈਕਟ ਲੈ ਕੇ ਆਊਂਗਾ ਆਪਣੀ ਕਿਤਾਬ ਵਿੱਚੋਂ, ਅਤੇ ਮੈਨੂੰ ਉਦੋਂ ਤੱਕ ਤੁਹਾਡੇ ਟੈਲੀਫੋਨ ਕਾਲਸ ਦੀ
ਜਿਹੜੀ ਹੈਗੀ ਆ ਉਹ ਵੇਟ ਰਹੂਗੀ। ਮੈਨੂੰ ਉਮੀਦ ਹੈ ਕਿ ਤੁਸੀਂ ਜਿੱਦਾਂ ਅੱਜ ਭਰਪੂਰ ਹੁੰਗਾਰਾ ਦਿੱਤਾ ਜਾਂ ਹਰ ਵਾਰੀ ਜਿਸ ਤਰ੍ਹਾਂ ਤੁਸੀਂ ਭਰਪੂਰ ਹੁੰਗਾਰਾ ਦਿੰਦੇ ਆ, ਇੱਦਾਂ ਮੈਨੂੰ ਅਗਲੇ ਹਫ਼ਤੇ ਵੀ ਭਰਪੂਰ ਹੁੰਗਾਰਾ ਦਿਓਗੇ। ਮੈਨੂੰ ਇੱਥੇ ਦਿਓ ਇਜਾਜ਼ਤ, ਮੈਂ ਮਿਲਦਾ ਤੁਹਾਨੂੰ ਅਗਲੇ ਹਫ਼ਤੇ। ਹੈਵ ਅ ਗੁੱਡ ਡੇ, ਬੈਸਟ ਵਿਸ਼ੇਸ ਐਂਡ ਸੀ ਯੂ ਨੈਕਸਟ ਵੀਕ। ਬਾਏ ਬਾਏ, ਹੈਵ ਅ ਗੁੱਡ ਡੇ।